ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਬਲਬੀਰ ਜੰਡੂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਔਰ ਉਸ ਦੇ ਵੱਖ-ਵੱਖ ਪੜਾਅ ਜਿਹੜੇ ਆ ਉਹਨਾਂ ਵਿੱਚੋਂ ਨਿਕਲ ਕੇ ਹੁਣ ਅਲਟੀਮੇਟਲੀ ਜਿਹੜੀ ਹੈ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਜਿਹੜਾ ਇੱਕ ਰਾਹ ਖੁੱਲ੍ਹਿਆ ਹੈਗਾ। ਪਰ ਅਸੀਂ ਦੇਖਦੇ ਹਾਂ ਕਿ ਸਮੁੱਚਾ ਪੰਜਾਬ ਹੀ ਜਿਹੜਾ ਉਹ ਇਸ ਵੇਲੇ ਇਸ ਅੰਦੋਲਨ ਵਿੱਚ ਸ਼ਾਮਲ ਹੋ ਚੁੱਕਾ ਔਰ ਕੇਂਦਰ ਦਾ ਜਿਹੜਾ ਵਤੀਰਾ ਹੈ ਉਹ ਲਗਾਤਾਰ ਜਿਹੜਾ ਹੈਗਾ ਉਹ ਬਦਲਦਾ ਜਾ ਰਿਹਾ ਔਰ ਜਿਸ ਤਰ੍ਹਾਂ ਪਹਿਲਾਂ ਲੱਗਦਾ ਸੀਗਾ ਕਿ ਕੇਂਦਰ ਸ਼ਾਇਦ ਇਸ ਬਾਰੇ ਗੱਲਬਾਤ ਨਾ ਕਰੇ, ਜਿਸ ਤਰ੍ਹਾਂ ਦੀ ਇੱਕ ਅੜੀ ਬਣੀ ਹੋਈ ਸੀ, ਪਰ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ, ਖਾਸ ਕਰਕੇ ਪੰਜਾਬ ਨਾਲ ਸੰਬੰਧਿਤ ਤੇ ਸਾਬਕਾ ਮੰਤਰੀ ਸਰਜੀਤ ਜਿਆਣੀ ਜੀ, ਉਹਨਾਂ ਵੱਲੋਂ ਜਿਸ ਤਰ੍ਹਾਂ ਦੀ ਕੇਂਦਰ ਸਰਕਾਰ ਦੇ ਬਾਰੇ ਗੱਲ ਕਹੀ ਗਈ ਕਿ ਮੈਂ ਵੀ ਕੇਂਦਰ ਸਰਕਾਰ ਨੂੰ ਕਹਿ ਚੁੱਕਾ ਹਾਂ ਤੇ ਉਹ ਮੇਰੀ ਗੱਲ ਨਹੀਂ ਸੁਣ ਰਿਹਾ, ਤਾਂ ਉਸ ਤੋਂ ਬਾਅਦ ਹੁਣ ਜਿਹੜੀ ਕੱਲ੍ਹ ਗੱਲਬਾਤ ਹੋਈ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਨਾਲ, ਉਸ ਦੇ ਵਿੱਚ ਜਿਹੜੀ ਹੈ ਅੱਗੇ ਗੱਲ ਤੁਰੀ ਹੈਗੀ ਹੈ। ਤਾਂ ਉਹਨਾਂ ਨੇ ਬਕਾਇਦਾ ਰਾਜਨਾਥ ਸਿੰਘ ਹੋਣਾ ਨੇ ਪੰਜਾਬ ਦੇ ਜਿਹੜੇ ਸੀਗੇ ਕਿਸਾਨ ਆਗੂ, ਖਾਸ ਕਰਕੇ ਜਿਹੜੇ ਬਹੁਤ ਉੱਘੇ ਆਗੂ ਨੇ ਜਿਨ੍ਹਾਂ ਦਾ ਪਿਛਲੇ ਅੰਦੋਲਨ ਵਿੱਚ ਬਹੁਤ ਨਾਂ ਵੀ ਹੈ ਔਰ ਉਹਨਾਂ ਨੇ ਲੰਮਾ ਸਮਾਂ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਹੈ, ਬਲਬੀਰ ਸਿੰਘ ਰਾਜੇਵਾਲ, ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਪਰ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਕਿਹਾ ਕਿ ਉਹ ਦੀਵਾਲੀ ਤੋਂ ਬਾਅਦ ਹੀ ਇਸ ਮਾਮਲੇ ਉੱਤੇ ਜਿਹੜੀ ਹੈ ਗੱਲਬਾਤ ਕਰਨਗੇ ਤੇ ਕੇਂਦਰ ਨੇ ਹੁਣ ਕਿਸਾਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਚਾਹੋ ਗੱਲਬਾਤ ਕਰ ਸਕਦੇ ਹੋ। ਇੱਕ ਪੱਖ ਤਾਂ ਇਹ ਹੈਗਾ ਪੰਜਾਬ 'ਚ, ਦੂਸਰੇ ਪਾਸੇ ਜਿਸ ਤਰ੍ਹਾਂ ਅਕਾਲੀ ਦਲ ਦੀ ਸਥਿਤੀ ਬਣੀ ਹੋਈ ਹੈ ਤੇ ਅਕਾਲੀ ਦਲ ਡੈਮੋਕ੍ਰੈਟਿਕ ਨੇ ਕੱਲ੍ਹ ਇਹ ਕਹਿ ਦਿੱਤਾ ਕਿ ਉਹ ਬਕਾਇਦਾ ਜਿਹੜਾ ਹੈ ਕਿ ਸਾਰੇ ਜਿਹੜੇ ਸਿੱਖ ਸੰਗਤ ਹੈ ਉਹ ਬਾਦਲ ਪਰਿਵਾਰ ਦਾ ਬਾਈਕਾਟ ਕਰੇ, ਕਿਉਂਕਿ ਬਾਦਲ ਪਰਿਵਾਰ ਨੇ ਜੋ ਪਿਛਲੇ ਸਮੇਂ 'ਚ ਕੀਤਾ ਹੈਗਾ ਸ਼੍ਰੋਮਣੀ ਕਮੇਟੀ ਦੇ ਅੰਦਰ ਤੇ 328 ਸਰੂਪ ਜਿਸ ਤਰ੍ਹਾਂ ਗਾਇਬ ਹੋਇਆ, ਉਹ ਸਾਰੀ ਸਥਿਤੀ ਦੇ ਉੱਤੇ ਜੋ ਹਾਲਤ ਬਣੀ ਹੈ ਉਸ ਨੂੰ ਲੈ ਕੇ ਪਹਿਲਾਂ ਤਾਂ ਭਾਈ ਰਣਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖਤ ਦੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਾਦਲ ਪਰਿਵਾਰ ਦਾ ਬਾਈਕਾਟ ਕੀਤਾ ਜਾਵੇ, ਹੁਣ ਇਹਨਾਂ ਵੱਲੋਂ ਕਹੀ ਗਈ ਹੈ। ਇਹ ਸਾਰਾ ਜਿਹੜਾ ਪੰਜਾਬ 'ਚ ਇੱਕ ਮਾਹੌਲ ਬਣ ਰਿਹਾ ਤੇ ਕੇਂਦਰ ਦਾ ਜਿਹੜਾ ਵਤੀਰਾ ਹੈ, ਅਸੀਂ ਅੱਜ ਇਹਦੇ 'ਤੇ ਸਾਰੀ ਜਿਹੜੀ ਹੈ ਉਹ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਮੇਰੇ ਨਾਲ ਪੰਜਾਬ ਦੇ ਉੱਘੇ ਬੁੱਧੀਜੀਵੀ ਸਤਨਾਮ ਚਾਨਾ ਜੀ ਜੁੜੇ ਹੋਏ ਹੈ। ਚਾਨਾ ਜੀ, ਤੁਸੀਂ ਇਹ ਸਾਰੀ ਸਥਿਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੰਡੂ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ ਕਿ ਹਾਲਾਤ ਦੇ ਵਿੱਚ ਕੁਝ ਪਰਿਵਰਤਨ ਆਇਆ ਲੱਗਦਾ ਹੈ ਕੱਲ੍ਹ ਤੋਂ, ਔਰ ਇੱਕ ਅੱਛਾ ਸੰਕੇਤ ਹੈ। ਮੋੜਾ ਟਕਰਾਅ ਦੀ ਜਿਹੜੀ ਸਥਿਤੀ ਆ ਉਹ ਬਦਲ ਰਹੀ ਆ, ਜਿਹੜੀ ਕਿ ਅਸਲ ਵਿੱਚ ਇੱਥੇ ਪਹੁੰਚਣੀ ਚਾਹੀਦੀ ਨਹੀਂ ਸੀ। ਔਰ ਉਹ ਚਾਹੇ ਪਾਰਟੀ ਦੇ ਅੰਦਰੋਂ, ਬੀਜੇਪੀ ਦੇ ਅੰਦਰੋਂ ਦਬਾਅ ਦਾ ਸਿੱਟਾ ਹੈ ਜਾਂ ਮੂਵਮੈਂਟ ਦਾ ਸਿੱਟਾ ਹੈ, ਇਹ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਜਿਹੜਾ ਨਾ ਕਿਸ ਪੋਜੀਸ਼ਨ ਦੇ ਵਿੱਚ ਪਹੁੰਚਿਆ ਹੋਇਆ ਆਪਣੇ ਕਿਸਾਨੀ ਦੇ ਮਸਲੇ ਦੇ ਉੱਤੇ ਜਿਹੜੇ 3 ਬਿੱਲ ਪਾਸ ਕੀਤੇ ਗਏ ਆ। ਪਰ ਚਾਨਾ ਜੀ ਹੁਣ ਤਾਂ ਬਕਾਇਦਾ ਜਿਹੜਾ ਪੰਜਾਬ ਹੈ, ਪੰਜਾਬ ਹੁਣ ਤਾਂ ਬਕਾਇਦਾ ਜਿਸ ਤਰ੍ਹਾਂ ਸਾਰੀ ਸਥਿਤੀ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਕੇਂਦਰ ਵੱਲੋਂ ਜਿਹੜਾ ਵਤੀਰਾ ਅਖਤਿਆਰ ਕੀਤਾ ਗਿਆ ਗੱਡੀਆਂ ਦੇ ਮਾਮਲੇ 'ਚ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਬਕਾਇਦਾ ਚਿੱਠੀ ਲਿਖ ਕੇ ਕਿਹਾ ਕਿ ਪੰਜਾਬ ਦੀ ਹਾਲਤ ਜਿਹੜੀ ਹੈ ਉਹ ਦਿਨ ਬ ਦਿਨ ਜਿਹੜੀ ਹੈ ਖਰਾਬ ਹੋ ਰਹੀ ਹੈ ਔਰ ਖਾਸ ਕਰਕੇ ਸਰਹੱਦੀ ਸੂਬਾ ਹੈ ਤੇ ਇਸ 'ਤੇ ਸੁਰੱਖਿਆ ਦਾ ਵੀ ਮਾਮਲਾ ਹੈਗਾ। ਇਹ ਸਾਰੀ ਸਥਿਤੀ ਉਹਦੇ ਵਿੱਚ ਹੀ ਹੈ ਤੇ ਇਹਦੇ ਬਾਰੇ ਇਹ ਸਾਰੀ ਸਥਿਤੀ ਨਾਲ ਜੋੜ ਕੇ ਜੇ ਅਸੀਂ ਦੇਖੀਏ ਤਾਂ ਇੱਕ ਨਵੀਂ ਹਾਲਾਤ ਨਜ਼ਰ ਆਉਂਦੇ ਆ ਪੰਜਾਬ ਦੇ। ਮੈਂ ਬਸ ਉਸੇ ਪਾਸੇ ਹੀ ਆ ਰਿਹਾ ਸੀ ਜੰਡੂ ਸਾਹਿਬ, ਜਿਹੜੀ ਤੁਸੀਂ ਗੱਲ ਹੁਣ ਛੇੜੀ ਆ, ਕਿਉਂਕਿ ਪਹਿਲਾਂ ਇਹ ਸੀਗਾ ਕਿ ਹਾਂ ਕੋਈ ਰੌਸ਼ਨੀ ਦੀ ਕਿਰਨ ਨਜ਼ਰ ਆਉਣ ਲੱਗੀ ਹੈ ਕਿ ਗੱਲਬਾਤ ਸ਼ੁਰੂ ਹੋਵੇਗੀ ਇਸ ਉਤਸਵ ਤੋਂ ਬਾਅਦ, ਔਰ ਇੱਥੇ ਸਥਿਤੀ ਨਾ ਪਹੁੰਚਦੀ ਤਾਂ ਇਹ ਚੰਗਾ ਸੀ, ਕਿਉਂਕਿ ਜਿਨ੍ਹਾਂ ਨੇ ਵੀ ਇਹ ਫੈਸਲਾ ਲਿਆ ਦਿੱਲੀ ਦੇ ਵਿੱਚ ਬੈਠ ਕੇ, ਉਹਨਾਂ ਨੂੰ ਸ਼ਾਇਦ ਸਥਿਤੀ ਦਾ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਇਹਦੇ ਨਤੀਜੇ ਕੀ ਨਿਕਲਣ ਵਾਲੇ ਆ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਕੋਈ ਵੀ ਮੂਵਮੈਂਟ ਇਸ ਤਰ੍ਹਾਂ ਇੱਕਦਮ ਨਹੀਂ ਖੜੀ ਹੁੰਦੀ, ਉਹਦਾ ਕੋਈ ਪਿਛੋਕੜ ਹੁੰਦਾ ਆ, ਕੋਈ ਬੈਕਗਰਾਊਂਡ ਹੁੰਦੀ ਆ, ਉਹ ਹੌਲੀ ਹੌਲੀ ਕਰਕੇ ਆਪਣੇ ਸਿਖਰ ਨੂੰ ਪਹੁੰਚਦੀ ਆ। ਜਦੋਂ ਅਸੀਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ
ਔਰ ਉਹ ਪੰਜਾਬ ਦੇ ਅੰਦਰ, ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਘਰ ਕਰਦੀ ਗਈ, ਹੌਲੀ ਹੌਲੀ ਕਰਕੇ ਇੱਕ ਮਸਲਾ, ਦੂਜਾ ਮਸਲਾ, ਤੀਜਾ ਮਸਲਾ, ਕਿ ਪੰਜਾਬ ਦੇ ਨਾਲ ਕੇਂਦਰ ਵਫਾ ਨਹੀਂ ਕਰ ਰਿਹਾ, ਬਲਕਿ ਵਿਤਕਰਾ ਮਹਿਸੂਸ ਕਰ ਰਹੇ ਆ ਲੋਕ ਇਸ ਗੱਲ ਦੇ ਉੱਤੇ। ਚਾਹੇ ਉਹ ਪਾਣੀਆਂ ਦਾ ਮਸਲਾ ਸੀ, ਚਾਹੇ ਉਹ ਪੰਜਾਬੀ ਜ਼ੁਬਾਨ ਦਾ ਮਸਲਾ ਹੈ ਜਿਹੜਾ ਹੁਣ ਵੀ ਬੜਾ ਤੇਜ਼ੀ ਦੇ ਨਾਲ ਭਖਿਆ ਹੋਇਆ, ਔਰ ਇਹ ਕਿਸਾਨੀ ਦਾ ਵੀ ਜਿਹੜਾ ਮਸਲਾ ਹੈ ਉਹ ਸਿਰਫ ਬਿੱਲਾਂ ਕਰਕੇ ਨਹੀਂ, ਬਿੱਲਾਂ ਨੇ ਉਹਨਾਂ ਨੂੰ ਸਿਖਰ ਤੇ ਪਹੁੰਚਾਇਆ। ਔਰ ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਰਹੇ ਹਾਂ ਕਿ 2017 18 ਫਿਰ ਉਸ ਤੋਂ ਬਾਅਦ ਇਹ ਲਗਾਤਾਰ ਜਿੱਦਾਂ ਆਲ ਇੰਡੀਆ ਲੈਵਲ ਦੇ ਉੱਤੇ ਕਿਸਾਨਾਂ ਦੇ ਅੰਦਰ ਵੀ ਇੱਕ ਬੇਚੈਨੀ ਪਾਈ ਜਾਂਦੀ ਸੀਗੀ, ਉਹ ਹੌਲੀ ਹੌਲੀ ਵੱਧਦਾ ਇਹ ਕਰੋਨਾ ਦੇ ਜਾਂ ਕਰੋਨਾ ਦੀ ਸਥਿਤੀ ਦਾ ਕਿਹਾ ਇਹ ਜਾਂਦਾ ਕਿ ਕਰੋਨਾ ਦੀ ਸਥਿਤੀ ਦਾ ਗਲਤ ਫਾਇਦਾ ਉਠਾਇਆ ਗਿਆ ਆ, ਔਰ ਆਰਡੀਨੈਂਸ ਜਿਹੜੇ ਲਿਆਂਦੇ ਗਏ, ਔਰ ਇਸ ਨੇ ਜੋ ਪ੍ਰਭਾਵ ਦਿੱਤਾ, ਜੋ ਲੋਕਾਂ ਦੇ ਮਨਾਂ ਦੇ ਵਿੱਚ ਹੌਲੀ ਹੌਲੀ ਬੈਠਦਾ ਜਾ ਰਿਹਾ ਸੀ, ਉਹ ਪੱਕਾ ਹੋ ਗਿਆ ਕਿ ਸੱਚਮੁੱਚ ਹੀ ਇੱਕ ਵਿਤਕਰੇ ਦੀ ਸਥਿਤੀ ਬਣ ਗਈ ਆ। ਤੇ ਉਸ ਤੋਂ ਬਾਅਦ ਜਦੋਂ ਇਹ ਸੰਘਰਸ਼ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਜਦੋਂ ਰੇਲਾਂ ਦੇ ਬਾਰੇ ਚ ਆਈ ਕਿ ਜੀ ਹਾਂ ਅਸੀਂ ਕੋਲਾ ਬੰਦ ਹੋ ਜਾਏਗਾ, ਖਾਦ ਬੰਦ ਹੋ ਜਾਏਗੀ, ਔਰ ਇਸ ਤਰ੍ਹਾਂ ਦੀਆਂ ਕਿਸਾਨੀ ਨੂੰ ਦੇਣ ਵਾਲੀਆਂ ਚੀਜ਼ਾਂ ਜਿਹੜੀਆਂ ਖੇਤੀ ਨੂੰ ਉਤਸ਼ਾਹ ਕੁਝ ਵਧਾਉਣ ਵਾਲੀਆਂ ਉਹ ਬੰਦ ਹੋ ਜਾਣਗੀਆਂ, ਤਾਂ ਫਿਰ ਇਹ ਹੋਇਆ ਕਿ ਬਿਜਲੀ ਬਿਨਾਂ ਬੰਦ ਹੋਵੇ, ਲੋਕਾਂ ਨੂੰ ਖਿਆਈ ਬਿਨਾਂ ਹੋਵੇ। ਕਿਸਾਨਾਂ ਨੇ ਟਰੈਕ ਵੀ ਖਾਲੀ ਕਰ ਦਿੱਤਾ, ਕਹਿ ਦਿੱਤਾ ਕਿ ਅਸੀਂ ਮਾਲ ਗੱਡੀਆਂ ਭੇਜਾਂਗੇ। ਲੇਕਿਨ ਹੁਣ ਜਿਹੜਾ ਕੇਂਦਰ ਨੇ ਲਿਆ ਸਟੈਂਡ, ਉਹਨੇ ਇਹ ਗੱਲ ਹੋਰ ਵੀ ਲੋਕਾਂ ਦੇ ਮਨਾਂ 'ਚ ਬਿਠਾ ਦਿੱਤੀ ਕਿ ਹਰ ਹਾਲਤ ਦੇ ਵਿੱਚ ਟਕਰਾਓ 'ਚ ਰਹਿਣਾ ਚਾਹੁੰਦਾ ਆ ਦਿੱਲੀ, ਔਰ ਇਹ ਗੱਲ ਜਿਹੜਾ ਨਾ ਕਿਸੇ ਨੂੰ ਚੰਗੀ ਨਹੀਂ ਲੱਗੀ। ਔਰ ਦੂਜਾ ਇਹ ਆ, ਜਿਸ ਤਰ੍ਹਾਂ ਸਿਆਸੀ ਤੌਰ ਤੇ ਤੁਸੀਂ ਗੱਲ ਕੀਤੀ ਹੀ ਆ ਕਿ ਦਬਾਅ ਬਣਿਆ, ਲੇਕਿਨ ਪੰਜਾਬ ਦੇ ਵਿੱਚ ਸਿਰਫ ਕਿਸਾਨੀ ਹੀ ਨਹੀਂ ਹੈ ਜੰਡੂ ਸਾਹਿਬ, ਇੱਥੇ ਲੋਕ ਜਿਹੜੇ ਸਨਅਤ 'ਚ ਕੰਮ ਕਰਦੇ ਨੇ, ਵਪਾਰੀ ਨੇ, ਜਿਹੜੇ ਆਪਣੇ ਛੋਟੇ ਕਾਰੋਬਾਰ ਚਲਾ ਕੇ, ਚਾਹੇ ਉਹ ਕਾਰਪੋਰੇਟ ਹਾਊਸ ਨਹੀਂ ਹੈ, ਲੇਕਿਨ ਪੰਜਾਬ ਦੀ ਇਕਨੋਮੀ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਆ। ਨਹੀਂ ਚਾਨਾ ਜੀ ਜਿਹੜੇ ਫੈਡਰੇਸ਼ਨ ਆਫ ਸਮਾਲ ਸਕੇਲ ਐਸੋਸੀਏਸ਼ਨ ਦੇ ਪ੍ਰਧਾਨ ਹੈ, ਉਹਨਾਂ ਨੇ ਬਕਾਇਦਾ ਉਹਨਾਂ ਨੇ ਵੀ ਕੇਂਦਰ ਨੂੰ ਚਿੱਠੀ ਲਿਖੀ ਹੈ ਇਸ ਗੱਲ ਦੇ ਲਈ ਕਿ ਜੋ ਕੁਝ ਕੇਂਦਰ ਸਰਕਾਰ ਪੰਜਾਬ ਪ੍ਰਤੀ ਵਤੀਰਾ ਰੱਖ ਰਿਹਾ, ਜਿਹੜੀ ਨੀਤੀ ਅਪਣਾ ਰਿਹਾ, ਉਸ ਨਾਲ ਇੱਥੋਂ ਦੀ ਜਿਹੜੀ 5 ਲੱਖ ਦੇ ਕਰੀਬ ਛੋਟੀ ਸਨਅਤ ਹੈ ਉਹਦੇ ਤੇ ਮਾਰੂ ਅਸਰ ਪੈ ਰਿਹਾ ਉਹਦੇ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਸਮਾਜ ਦਾ ਹਰ ਵਰਗ, ਇਹ ਅਸੀਂ ਦੇਖਦੇ ਹਾਂ ਕਿ ਪਿਛਲੇ ਜਿਹੜੇ ਕਿਸਾਨਾਂ ਦੇ ਐਕਸ਼ਨ ਵੀ ਸੀਗੇ ਅੰਦੋਲਨ ਦੌਰਾਨ, ਉਹਦੇ 'ਚ ਵੀ ਪੰਜਾਬ ਦੇ ਜਿਹੜੇ ਵਪਾਰੀਆਂ ਨੇ ਵੀ ਹਿੱਸਾ ਲਿਆ, ਪੰਜਾਬ ਦੇ ਦੁਕਾਨਦਾਰਾਂ ਨੇ ਵੀ ਹਿੱਸਾ ਲਿਆ, ਪੰਜਾਬ ਦੇ ਨੌਜਵਾਨਾਂ ਨੇ ਵੀ ਹਿੱਸਾ ਲਿਆ, ਔਰਤਾਂ ਨੇ ਵੀ ਹਿੱਸਾ ਲਿਆ। ਤੇ ਇਹ ਸਾਰੀ ਸਥਿਤੀ ਦੇ ਲਈ ਇਹ ਹਰੇਕ ਨੂੰ ਲੱਗਦਾ ਹੈ ਕਿ ਕੇਂਦਰ ਹੀ ਜ਼ਿੰਮੇਵਾਰ ਹੈ। ਤੇ ਹੁਣ ਵੀ ਜਦੋਂ ਇੱਕ ਪਾਸੇ ਗੱਲਬਾਤ ਦਾ ਰਾਹ ਖੋਲ੍ਹਿਆ, ਦੂਸਰੇ ਪਾਸੇ ਗੱਡੀਆਂ ਚਲਾਉਣ ਨੂੰ ਤਿਆਰ ਨਹੀਂ। ਉਹੀ ਗੱਲ ਮੈਂ ਕਹਿਣ ਲੱਗਾ ਸੀਗਾ ਕਿ ਜਿੱਥੋਂ ਤੱਕ ਪੰਜਾਬ ਦੀ ਇਕਨੋਮੀ ਦਾ ਸਵਾਲ ਹੈਗਾ ਆ, ਉਹ ਹੁਣ ਖੇਤੀ ਤੱਕ ਉਹਦੇ ਵਿੱਚ ਜਦੋਂ ਰੇਲਾਂ ਦਾ ਹੁਣ ਮਸਲਾ ਉੱਭਰ ਕੇ ਸਾਹਮਣੇ ਆਇਆ, ਵਪਾਰੀ ਆਪ ਜਿਹੜਾ ਹੈ ਇਸ ਗੱਲ ਤੋਂ ਬੜਾ ਦੁਖੀ ਆ। ਹੁਣ ਖਾਸ ਤੌਰ ਤੇ ਉਹ ਤਾਂ ਬਹੁਤ ਹੀ ਦੁਖੀ ਆ ਜਿਨ੍ਹਾਂ ਨੇ ਮੇਲਿਆਂ ਦੇ ਉੱਤੇ, ਇੱਦਾਂ ਦੇ ਉਤਸਵਾਂ ਦੇ ਉੱਤੇ ਸਾਰੇ ਸਾਲ ਦੀ ਕਮਾਈ ਕਰਨੀ ਹੁੰਦੀ ਆ, ਉਹਨਾਂ ਦਾ ਮਾਲ ਵੀ ਰੁਕਿਆ ਹੋਇਆ ਜਿਹੜਾ ਉਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਲਿਆ ਕੇ ਵੇਚਣਾ ਸੀ ਜਾਂ ਪੰਜਾਬ ਦੇ ਤੋਂ ਬਾਹਰ ਭੇਜਣਾ ਸੀ। ਜਾਣੀ ਵਪਾਰੀ ਤਬਕਾ ਜਾਂ ਜਿਹੜਾ ਆ ਇੰਡਸਟਰੀ ਦੇ ਵਿੱਚ ਲੋਕ ਲੱਗੇ ਹੋਏ ਆ, ਉਹਨਾਂ ਸਾਰਿਆਂ ਦੇ ਉੱਤੇ ਇਸ ਗੱਲ ਦਾ ਅਸਰ ਪੈ ਰਿਹਾ। ਹੁਣ ਇਹ ਆ ਕਿ ਇੱਕ ਪੋਲੀਟੀਕਲ ਪੱਖ ਤੋਂ ਥੋੜੀ ਡਿਵੈਲਪਮੈਂਟ ਹੋਣੀ ਸ਼ੁਰੂ ਹੋਈ ਆ ਕਿ ਬੀਜੇਪੀ ਦੇ ਆਪਣੇ ਨੇਤਾਵਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਆ ਕਿ ਤੁਸੀਂ ਕਿਸਾਨਾਂ ਨਾਲ ਗੱਲ ਕਰੋ, ਔਰ ਤੁਸੀਂ ਕਿਸਾਨਾਂ ਨੂੰ ਦੱਸੋ ਜੇ ਤੁਹਾਡਾ ਪੱਖ ਠੀਕ ਆ ਤਾਂ। ਨਾਲ ਇਹ ਵੀ ਕਹਿ ਦਿੱਤਾ ਕਿ ਸਾਡੀ ਵੀ ਨਹੀਂ ਸੁਣਦੇ। ਔਰ ਇਸ ਤਰ੍ਹਾਂ ਇੱਕ ਨਹੀਂ, ਦੋ ਨਹੀਂ, ਕਿੰਨੇ ਹੀ ਹੋਰ ਨੇਤਾ ਜਿਹੜੇ ਆ ਉਹਨਾਂ ਨੇ ਜਿਹੜਾ ਸਟੈਂਡ ਲਿਆ ਆ, ਉਹ ਪੰਜਾਬ ਦੀਆਂ ਪਰਿਸਥਿਤੀਆਂ ਦੇ ਕਾਰਨ ਉਹਨਾਂ ਨੇ ਸਟੈਂਡ ਲੈ ਲਿਆ ਆ। ਸਿਰਫ ਇਸ ਕਰਕੇ ਹੀ ਨਹੀਂ ਕਿ ਖੇਤੀ ਇਕਾਨਮੀ ਜਿਹੜੀ ਆਰਥਿਕਤਾ ਬਰਬਾਦ ਹੋ ਰਹੀ ਆ, ਇਸ ਕਰਕੇ ਵੀ ਲੈ ਲਿਆ ਹੋਇਆ ਕਿ ਦੂਸਰੀ ਸਨਅਤ ਜਾਂ ਵਪਾਰ ਵੀ ਬੜਾ ਪ੍ਰਭਾਵਿਤ ਹੋ ਰਿਹਾ। ਇਹ ਕਿਉਂ ਇਹਨਾਂ ਨੇ ਆਪਣਾ ਪ੍ਰੈਸਟੀਜ ਇਸ਼ੂ ਬਣਾਇਆ ਹੋਇਆ ਕਿ ਨਹੀਂ ਰੇਲ ਉਦੋਂ ਚਲਾਵਾਂਗੇ, ਹੁਣ ਕਹਿੰਦੇ 2 ਕਿਲੋਮੀਟਰ ਦੂਰ ਚਲੇ ਜਾਓ, ਟਰੈਕ ਤੋਂ 2 ਕਿਲੋਮੀਟਰ ਦੂਰ ਚਲੇ ਜਾਓ। ਚਲੋ ਹੁਣ ਤਾਂ ਗੱਲ ਤੇ ਮੋੜ ਪਿਆ ਹੋਇਆ ਲੱਗਦਾ ਆ, ਲੇਕਿਨ ਟਰੈਕ ਦੇ ਵਿੱਚ ਜਿਹੜਾ ਟਰੈਕ ਦੀ ਮਾਲਕੀ ਆ, ਉਹਦੇ ਨਾਲ ਦਾ ਕਿਸਾਨ ਦਾ ਖੇਤ ਲੱਗਦਾ, ਕਿੱਥੇ ਚਲੇ ਜਾਵੇ ਉਹ ਦੂਰ, ਹਨਾ। ਨਾਲ ਦਾ ਉਹਦਾ ਬੰਨਾ ਲੱਗਦਾ ਰੇਲ ਦੇ, ਉੱਥੇ ਉਹ ਖੇਤੀ ਵੀ ਕਰਦਾ, ਉੱਥੇ ਉਹ ਜਾਂਦਾ ਵੀ ਆ, ਹਨਾ। ਇਸ ਕਰਕੇ ਇਹ ਇੱਕ ਬਹਾਨਾ ਹੈਗਾ ਆ। ਮੈਂ ਸਮਝਦਾ ਕਿ ਇਹ ਟਕਰਾਓ ਦੀ ਨੀਤੀ ਜਿਹੜੀ ਆ ਨਾ, ਉਹਦਾ ਪ੍ਰਗਟਾਵਾ ਹੀ ਹੈ।
ਉਹਨਾਂ ਦੇ ਜਿਹੜੇ ਕੋਈ ਨੀਤੀ ਘਾੜੇ ਹੈਗੇ ਆ, ਉਹਨਾਂ ਨੂੰ ਇਸ ਗੱਲ ਦੀ ਸੂਝ ਹੋਣੀ ਚਾਹੀਦੀ ਆ ਕਿ ਟਕਰਾਅ ਦੀ ਨੀਤੀ ਜਿਹੜੀ ਆ ਉਹਦੇ ਚੋਂ ਕਦੇ ਕੁਝ ਨਿਕਲਿਆ ਨਹੀਂ। ਇੱਕ ਮਸਲਾ ਖੜਾ ਹੋਇਆ, ਉਹ ਕਿਹਨੇ ਕੀਤਾ ਹੈ ਮਸਲਾ ਖੜਾ, ਉਹਨੂੰ ਬੈਠ ਕੇ ਸੁਲਝਾਇਆ ਜਾਏ। ਨਾਲੇ ਜੰਡੂ ਸਾਹਿਬ, ਪੰਜਾਬ ਦੇ ਵਿੱਚ ਪੰਜਾਬ ਦਾ ਪੁਰਾਣਾ ਇਤਿਹਾਸ ਹੈ ਜਿਹੜਾ, ਔਰ ਇੱਥੇ ਦਾ ਕਿਸਾਨ, ਇੱਥੋਂ ਦਾ ਪੇਂਡੂ ਵਰਗ ਹੈ ਜਿਹੜਾ, ਉਹ ਇਹ ਪ੍ਰਭਾਵ ਲੈ ਗਿਆ ਕਿ ਇਹ ਜ਼ਮੀਨਾਂ ਸਾਡੀਆਂ ਹੱਥ 'ਚ ਨਹੀਂ ਰਹਿਣੀਆਂ ਜੇ ਇਹਦੇ ਉੱਤੇ ਅਮਲ ਸ਼ੁਰੂ ਹੋ ਗਿਆ। ਔਰ ਉਹਨਾਂ ਦੀ ਕੈਲਕੂਲੇਸ਼ਨ ਕਹਿੰਦੇ ਨਹੀਂ ਜੀ ਉਹ ਤੁਹਾਡੀ ਠੀਕ ਹੈ, ਉਹ ਕਹਿੰਦਾ ਤੁਹਾਡੇ ਜੀ ਆਮਦਨ ਦੁੱਗਣੀ ਹੋ ਜਾਏਗੀ, ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਲਈ। ਔਰ ਕਿਸਾਨ ਕਹਿੰਦਾ ਮੈਂ ਆਮਦਨ ਦੁੱਗਣੀ ਨਹੀਂ ਚਾਹੁੰਦਾ, ਕਿਉਂ ਕਰਨਾ ਚਾਹੁੰਦੇ ਹੋ, ਹਨਾ? ਜਾਂ ਉਹਨਾਂ ਦੇ ਨਾਲ ਮਸ਼ਵਰਾ ਕੀਤਾ ਜਾਂਦਾ, ਉਹ ਦੱਸਦੇ ਕਿ ਜੇ ਤੁਸੀਂ ਇਹ ਬਿੱਲ ਲਾਗੂ ਕਰੋਗੇ ਤਾਂ ਕਿਸਾਨੀ ਦੇ ਉੱਤੇ ਆਹ ਪ੍ਰਭਾਵ ਪਏਗਾ, ਖੇਤੀ ਆਰਥਿਕਤਾ ਦੇ ਉੱਤੇ ਆਹ ਪ੍ਰਭਾਵ ਪਏਗਾ। ਔਰ ਹੁਣ ਇਹਦੇ 'ਚ ਬਹੁਤੀ ਜਿਹੜੀ ਗੱਲ ਚੰਗੀ ਲੱਗਦੀ ਆ ਔਰ ਜਿਹੜੀ ਪੋਜ਼ਿਟਿਵ ਆ, ਉਹ ਇਹ ਆ ਕਿ ਉਹ ਕਿਸਾਨ ਇਹ ਨਹੀਂ ਦੇਖ ਰਿਹਾ ਕਿ ਅੱਜ ਕੀ ਹੋ ਰਿਹਾ, ਉਹ ਇਹ ਦੇਖ ਰਿਹਾ ਕਿ ਭਵਿੱਖ ਦੇ ਵਿੱਚ ਮੇਰੇ ਨਾਲ ਕੀ ਹੋਣ ਵਾਲਾ ਆ। ਜੀ ਜੀ। ਔਰ ਇਸ ਮੂਵਮੈਂਟ ਦਾ ਬਿਲਕੁਲ ਹੀ ਬੇਸ ਵੱਖਰਾ ਆ। ਅੱਗੇ ਸੀ ਕਿ ਸਾਨੂੰ ਭਾਅ ਠੀਕ ਦਿਓ ਜੀ, ਉਹ ਦਬਾ ਦੇ ਅਧੀਨ ਕੁਝ ਵੱਧ ਵੀ ਜਾਂਦਾ ਸੀਗਾ, ਹਨਾ? ਉਹ ਹੈਗਾ ਕਿ ਪ੍ਰੈਜ਼ੈਂਟ ਟਾਈਮ ਦੇ ਵਿੱਚ ਸਾਡਾ ਇਹਦੇ ਨਾਲ ਕੀ ਨੁਕਸਾਨ ਹੋਊਗਾ, ਉਹ ਨਹੀਂ ਦੇਖ ਰਹੇ। ਉਹ ਤਾਂ ਕਹਿ ਰਹੇ ਆ ਹੋ ਸਕਦਾ ਕਿ ਜਿਹੜਾ ਅੱਜ 50,000 ਦੇ ਉੱਤੇ ਚੜ ਰਿਹਾ ਆ ਉਹ ਸਾਨੂੰ ਲੱਖ ਵੀ ਮਿਲ ਜਾਵੇ, ਲੇਕਿਨ ਉਹ ਤੋਂ ਬਾਅਦ ਕੀ ਹੋਏਗਾ? ਉਹ ਕਹਿੰਦੇ 4 ਸਾਲਾਂ ਬਾਅਦ ਅਸੀਂ ਬਿਲਕੁਲ ਬਰਬਾਦ ਹੋ ਜਾਵਾਂਗੇ। ਚਾਨਾ ਜੀ, ਇਹ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਬਕਾਇਦਾ ਜਿਹੜੀਆਂ ਰਾਜਸੀ ਪਾਰਟੀਆਂ ਹੈਗੀਆਂ, ਜਿਸ ਤਰ੍ਹਾਂ ਵਿਸ਼ੇਸ਼ ਇਜਲਾਸ 'ਚ ਏਕਤਾ ਦਾ ਪ੍ਰਗਟਾਵਾ ਕੀਤਾ ਸੀ ਉਹਨਾਂ ਨੇ, ਤੇ ਹੁਣ ਅਸੀਂ ਦੇਖਦੇ ਹਾਂ ਕਿ ਜਿਵੇਂ ਆਮ ਆਦਮੀ ਪਾਰਟੀ, ਉਹਦਾ ਮੂੰਹ ਵੱਖਰਾ ਹੈ, ਸ਼੍ਰੋਮਣੀ ਅਕਾਲੀ ਦਲ ਦਾ ਮੂੰਹ ਵੱਖਰਾ, ਤੇ ਇਹ ਸਾਰਾ ਜਿਹੜੀ ਭੂਮਿਕਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਇਹ ਸਾਰੀ ਸਥਿਤੀ 'ਚ ਦੇਖਦੇ ਹੋ? ਦੇਖੋ ਜੰਡੂ ਸਾਹਿਬ, ਇੱਕ ਤਾਂ ਤੁਸੀਂ ਮੂਵਮੈਂਟ ਆ ਜਿਹੜੀ ਨਾ, ਉਹਦੇ ਉੱਤੇ ਜੇ ਅਸੀਂ ਆਪਣੇ ਆਪ ਨੂੰ ਕੇਂਦਰਿਤ ਰੱਖੀਏ ਤਾਂ ਮੈਂ ਇਹ ਸਮਝਦਾ ਕਿ ਇਤਿਹਾਸ ਦੇ ਵਿੱਚ ਸ਼ਾਇਦ ਬਹੁਤ ਘੱਟ ਮੌਕਿਆਂ 'ਤੇ ਇੱਦਾਂ ਹੋਇਆ ਹੋਏਗਾ ਕਿ 31 ਯੂਨੀਅਨ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਵਿੱਚ ਰੱਤੀ ਭਰ ਵੀ ਕੋਈ ਮਤਭੇਦ ਨਜ਼ਰ ਨਹੀਂ ਆਉਂਦਾ ਜਿਹੜੇ ਲੜਾਈ ਦੇ ਮੈਦਾਨ 'ਚ ਨੇ। ਜੀ ਜੀ। ਔਰ ਜਿਹੜੇ ਔਰ ਉਹਨਾਂ ਦਾ ਇੱਕ ਤਰਫਾ ਫੈਸਲਾ ਇਹ ਆ ਕਿ ਅਸੀਂ ਪੋਲੀਟੀਕਲ ਪਾਰਟੀਆਂ ਆਪਣੇ ਤੌਰ ਤੇ ਬਾਹਰੋਂ ਜੋ ਮਰਜ਼ੀ ਸਾਡੀ ਸਪੋਰਟ ਕਰਨ, ਲੇਕਿਨ ਉਹ ਪੋਲਿਟਿਕਸ ਅਸੀਂ ਅੰਦਰ ਨਹੀਂ ਆਉਣ ਦੇਣੀ ਜੀ। ਨਾ ਇੱਕ ਤਾਂ ਇਹ ਇੱਕ ਬੜਾ ਪੋਜ਼ਿਟਿਵ ਡਿਵੈਲਪਮੈਂਟ ਹੈਗੀ ਹੈ ਇਸ ਮੂਵਮੈਂਟ ਦੀ, ਜਿਹਦੇ ਚੋਂ ਕੋਈ ਚਾਂਸ ਨਹੀਂ ਨਜ਼ਰ ਆਉਂਦਾ ਕਿ ਇਹ ਬਾਹਰ ਅਲੱਗ ਬੈਠਣ, ਇਹ ਇੱਕ ਦੂਜੇ ਦੇ ਖਿਲਾਫ ਬੈਠਣ। ਇਸ ਦਾ ਮੂਵਮੈਂਟ ਦੇ ਉੱਤੇ ਕੋਈ ਬਹੁਤਾ ਅਸਰ ਪੈਣ ਵਾਲਾ ਨਹੀਂ ਹੈ, ਚਾਹੇ ਇਹਨਾਂ ਦੇ ਮੂੰਹ ਵੱਖਰੇ ਵੱਖਰੇ ਹੋਣ, ਚਾਹੇ ਇਕੱਠੇ ਹੋ ਜਾਣ। ਇਹਨਾਂ ਦੇ ਇਕੱਠੇ ਹੋਣ ਦੇ ਨਾਲ ਵੀ ਜੋ ਕੁਝ ਹੋਇਆ ਆ, ਜੋ ਚੰਗਾ ਹੋਇਆ, ਉਹਨਾਂ ਨੇ ਕਹਿਤਾ ਕਿ ਜੀ ਇੰਨਾ ਚੰਗਾ ਆ, ਇੰਨਾ ਕੁ ਚੰਗਾ ਆ, ਯਾਨੀ ਕਾਫੀ ਚੰਗਾ ਆ। ਜੋ ਵੀ ਬਿੱਲ ਪਾਸ ਕੀਤੇ ਗਏ ਆ ਉਹਨਾਂ ਨੇ ਵੈਲਕਮ ਕੀਤਾ ਆ। ਨਾਲ ਇਹ ਵੀ ਕਿਹਾ ਹੋਊਗਾ ਕਿ ਜੇ ਇੰਨਾ ਹੋਰ ਵੀ ਹੋ ਜਾਂਦਾ ਤਾਂ ਉਹ ਵੀ ਚੰਗਾ ਹੁੰਦਾ। ਲੇਕਿਨ ਕਿ ਰਾਜਨੀਤਿਕ ਪਾਰਟੀਆਂ ਦਾ ਇਕੱਠੇ ਹੋਣਾ ਨਾ ਇਕੱਠੇ ਹੋਣਾ, ਜੰਡੂ ਸਾਹਿਬ, ਇਸ ਸਟੇਜ ਦੇ ਉੱਤੇ ਕੋਈ ਮੂਵਮੈਂਟ ਦੇ ਨੂੰ ਫਰਕ ਨਹੀਂ ਪਾ ਰਿਹਾ। ਨੰਬਰ ਦੂਜੀ ਗੱਲ ਇਹ ਕਿ ਉਹ 31 ਦੀਆਂ 31 ਪਾਰਟੀਆਂ ਦੇ ਜਦੋਂ ਵੀ ਲੀਡਰ ਬੈਠਦੇ ਆ ਔਰ ਉਹਨਾਂ 'ਚੋਂ ਤੁਸੀਂ ਥੋੜ੍ਹੀ ਜਿਹੀ ਵੀ, ਚਾਹੇ ਉਹ ਕਿਤੇ ਬੈਠਾ ਵੀ ਆਪਣੀ ਇੰਟਰਵਿਊ ਦੇ ਰਿਹਾ, ਟੀਵੀ ਵਾਲੇ ਉੱਥੇ ਮਾਈਕ ਲੈ ਕੇ ਖੜੇ ਹੁੰਦੇ ਆ, ਕਿਸੇ ਦੇ ਵੀ ਗੱਲ ਕਰਨ ਦੇ ਵਿੱਚ, ਐਕਸਪਲੇਨ ਕਰਨ ਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆ ਰਿਹਾ ਹੁੰਦਾ। ਯਾਨੀ ਇੱਕ ਮੂੰਹ ਹੈ ਪੰਜਾਬ ਦੀ ਸਾਰੀ ਮੂਵਮੈਂਟ, ਠੀਕ ਨਹੀਂ? ਦੂਸਰਾ ਇਹ ਰਹੀ ਪੋਲੀਟੀਕਲ ਪਾਰਟੀਆਂ ਦੀ ਗੱਲ, ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਕੋਈ ਉਹਨਾਂ ਨੇ ਹੋਪ ਲਾਈ ਹੋਈ ਆ ਕਿ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਜੇ ਹੋ ਕੇ ਸਾਡੇ ਹੱਕ ਦੀ ਲੜਨਗੀਆਂ ਤਾਂ ਮੂਵਮੈਂਟ ਨੂੰ ਬਹੁਤ ਵੱਡਾ ਕੋਈ ਹੁਲਾਰਾ ਮਿਲ ਜਾਊਗਾ, ਠੀਕ ਨੇ? ਔਰ ਉਹ ਆਪਣੇ ਸਿਰ ਦੇ ਉੱਤੇ ਲੜ ਰਹੇ ਨੇ ਇਸ ਵੇਲੇ। ਦੂਸਰਾ ਇਹ ਆ ਕਿ ਉਹਨਾਂ ਨੂੰ ਇਹ ਵੀ ਨਹੀਂ ਹੈ ਕਿ ਉਹਨਾਂ ਨੂੰ ਸਾਰੀ ਸਪੋਰਟ ਵੈਲਕਮ ਆ, ਜਿਹੜਾ ਵੀ ਉੱਥੇ ਜਾਂਦਾ ਸਪੋਰਟ ਕਰਨ, ਇੰਡੀਵਿਜੂਅਲੀ ਵੀ ਉਹਨਾਂ ਨੂੰ ਵੈਲਕਮ ਕਰਦੇ ਆ। ਹੁਣ ਪੰਜਾਬ ਦੇ ਸਾਰੇ ਜਿਹੜੇ ਸਿੰਗਰ ਕਮਿਊਨਿਟੀ ਹੈਗੀ ਆ ਔਰ ਗਾਇਕ ਨੇ ਜਾਂ ਰੰਗਮੰਚ ਦੇ ਆਰਟਿਸਟ ਨੇ, ਜਦੋਂ ਜਾਂਦੇ ਆ ਉੱਥੇ ਉਹਨਾਂ ਦੀ ਸਪੋਰਟ ਤੇ ਜਾਂਦੇ ਆ, ਲੋਕ ਵੀ ਬੜਾ ਉਹਨਾਂ ਨੂੰ ਉਤਸ਼ਾਹ ਦੇ ਨਾਲ ਲੈਂਦੇ ਆ। ਦੂਸਰਾ ਇਹ ਆ ਕਿ ਇਹਦਾ ਫਰਕ ਕੀ ਆ? ਫਰਕ ਇਹ ਆ ਕਿ ਪਹਿਲਾਂ ਕਿਸਾਨ ਜਾਂਦਾ ਸੀਗਾ ਲੜਾਈ ਲੜਨ, ਹੁਣ ਕਿਸਾਨਾਂ ਦੇ ਪਰਿਵਾਰ ਜਾਂਦੇ ਆ ਜੀ ਜੀ, ਔਰ ਕਿਸਾਨਾਂ ਦੇ ਬੱਚੇ ਵੀ ਉੱਥੇ ਬੈਠੇ ਆ। ਔਰ ਤੁਸੀਂ ਕਿਸੇ ਬੱਚੇ ਨਾਲ ਗੱਲ ਕਰੋ, ਉਹਨੂੰ ਬੱਚੇ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਸਾਡੀ ਤਾਂ ਜ਼ਮੀਨ ਖੋਹਣ ਨੂੰ ਫਿਰਦੇ ਆ ਜੀ। ਇੱਕ ਪ੍ਰਭਾਵ ਚਲਾ ਗਿਆ
है ना। ਔਰ ਪ੍ਰਭਾਵ ਇਹ ਚਲਾ ਗਿਆ ਆ ਕਿ ਇਹ ਨੁਕਸਾਨ ਹੋਣ ਵਾਲਾ ਸਾਡੇ ਭਵਿੱਖ ਨੂੰ, ਸਾਡੇ ਬੱਚਿਆਂ ਨੂੰ, ਫਿਰ ਉਹਨਾਂ ਨੂੰ ਛੱਡ ਦਈਏ, ਚਾਹੇ ਉਹ ਲੜਕੀਆਂ ਆ, ਚਾਹੇ ਉਹ ਸਟੂਡੈਂਟ ਹੈਗੇ ਆ, ਚਾਹੇ ਉਹ ਮੁਲਾਜ਼ਮ ਹੈਗੇ ਆ। ਤੁਸੀਂ ਇਹ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਉਸ ਕਮਿਊਨਿਟੀ ਦੇ ਬਹੁਤ ਸਾਰੇ ਬੰਦਿਆਂ ਨੇ ਸਾਂਝੇ ਬਿਆਨ ਦਿੱਤੇ ਜਿਨ੍ਹਾਂ ਤੋਂ ਉਮੀਦ ਨਹੀਂ ਲਾਈ ਜਾ ਸਕਦੀ। यानी क्लास 1 अफसरां ने मिल के सिग्नेचर करके स्टेटमेंट इशू कीतियां कि किसानां दे नाल गलत हो रहा। और इस तरह जिहड़े इंटलैक्चुअल ने यूनिवर्सिटियां दे वाइस चांसलर, जिहड़े साबका वाइस चांसलर, प्रिंसीपल कॉलेजां दे और अध्यापक स्कूलों के कॉलेजां दे, वो भी उन्हां दे नाल खड़े आ, है ना। राइटर्स की ऑर्गेनाइजेशन हैगी आ, वो राइटर्स की ऑर्गेनाइजेशन एक मूँह हो के सपोर्ट की हुई आ। और इस गल नूं देखना चाहिए आ, क्यों आ ये सिचुएशन पैदा होनी नहीं चाहिए सी, बहुत पहला सुलझा लेनी चाहिए सी। पर चाना जी ये तो केंद्र दा वतीरे करके ही हो रहा ना, ये तो केंद्र दे वतीरे करके ही वापर रहा ना चाना जी सब कुछ। हाँ, ਉਹਦੇ ਤੋਂ ਫਿਰ कई तरह के इदां शंके पैदा हो जाते हैं कि आखिरकार की मिथ्या होया बई एक पोजीशन बन रही है। उन्होंने सदे किसान उत्थे चले गए, मंत्री उत्थे कोई है ही नहीं, फिर भी उन्होंने सैकटरी के नाल गल करने की कोशिश की जिन्हें तसल्ली नहीं करा सके। फिर तो गल है कि एक मूवमेंट चल रही है, किसानों के लीडर जाते हैं, सदे ते जाते हैं, उन्होंने नाल मीटिंग क्यों ना की गई। और वो फिर यही मसला हुण जदों ज्ञानी साहब उठाते हैं कि जी ये तो हद तक की है उन्होंने, है ना। और इस करके कि मूड च क्यों नहीं है वो गल करन दे। ये तो हुण जिहड़े कोई ज़्यादा डूंघाई दे विच राजनीति नूं जानने वाले जां जिन्हां दे मन च हैगी आ कि भी इस गल नूं मुकाउण दे हक च होने चाहिए कि जी आओ बैठिए। हुण गल नूं मोड़ा पिया है, इस करके मैं कहा कि एक चंगा शगन हैगा कि मोड़ा पिया। जदों बैठणगे एक दूजे दे नाल एक्सचेंज होएगी, फिर किसान अपना पक्ष दसणगे कि जी सानूं आह खर्चा हैगा कि साडा फ्यूचर असीं सानूं हनेरा नज़र आ रहा, वो उन्हां दी दलील जिहड़ी आ सामने आउंदी। तो मेरा कहण तो मतलब यह है कि ये अड़ियल वतीरा जिहड़ा है ना वो वेलकम नहीं हैगा। और ये टकराओ दा जिहड़ी स्थिति है नहीं पैदा होनी चाहिए। तुसीं ये देखिया होना पर चाना जी ये देखण च आया कि ये बहुती वार पंजाब नाल ही वापरदा है, पिछले समय च भी हुंदा रहा। देखो ये जिन्हां नाल वापरदी आ उन्हां नूं महसूस हुंदा आ, वो मसला उठाउंदे आ, ठीक है। और असीं पंजाब 'च रहण वाले आ, पंजाब दे वासी आ, ਅਸੀਂ ਜਦੋਂ ਇਹ ਦੇਖਦੇ ਹਾਂ ਕਿ ਜੀ ਸਾਡੀ ਜ਼ੁਬਾਨ ਦੇ ਨਾਲ ਵੀ ਸਾਡੀ ਜ਼ੁਬਾਨ ਨੂੰ ਵੀ ਜਿਹੜਾ ਨਾ ਉਹ ਧੱਕਾ ਲੱਗ ਰਿਹਾ ਜੀ ਜੀ, ਫਿਰ ਸਾਨੂੰ ਲੱਗਦਾ ਆ ਕਿ ਜੀ ਇਹ ਪਾਣੀ ਜਿਹੜੇ ਆ ਉਹਦੀ ਵੰਡ ਦੇ ਉੱਤੇ ਵੀ ਪੰਜਾਬ ਦੇ ਨਾਲ ਜਿਹੜੀ ਆ ਵਫਾ ਨਹੀਂ ਹੋ ਰਹੀ। ਔਰ ਇਸ ਤਰ੍ਹਾਂ ਕਰਕੇ ਇਹ ਨਹੀਂ ਕਿ ਇਹ ਸਰਕਾਰ ਇਹ ਹੁਣ ਦਾ ਨਹੀਂ ਸ਼ੁਰੂ ਹੋਇਆ, ਇਹ ਕਾਫੀ ਪੁਰਾਣਾ ਸ਼ੁਰੂ ਹੋਇਆ ਹੈ, ਇੱਕ ਪ੍ਰਭਾਵ ਬਣੀ ਜਾ ਰਿਹਾ ਕਿ ਜੇ ਇਹ ਕਿਉਂ ਇਹ ਵਿਤਕਰੇ ਦੀ ਜਿਹੜੀ ਨਾ ਪੋਜੀਸ਼ਨ ਬਣਾਈ ਜਾ ਰਹੀ ਆ, ਹੈ ਨਾ। ਔਰ ਉਹਦੇ ਉੱਤੇ ਹੁਣ ਇਹ ਆ ਕਿ ਇੱਕ ਮੁੱਠ ਹੋ ਕੇ ਪੰਜਾਬ ਖੜਾ ਹੋ ਗਿਆ, ਹੈ ਨਾ। ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਪੰਜਾਬ ਇੱਕ ਮੁੱਠ ਹੋ ਕੇ ਖੜਾ ਹੋ ਰਿਹਾ। ਮੰਗਦੇ ਕੀ ਆ? ਔਰ ਮੰਗਦੇ ਐਸਾ ਕੁਝ ਮੰਗਦੇ ਹੀ ਨਹੀਂ ਹੈ। ਉਹ ਕਹਿੰਦੇ ਕਿ ਤੁਸੀਂ ਸਾਨੂੰ ਦਿੱਤਾ ਕਿਉਂ ਆ? ਉਹ ਕਹਿੰਦੇ ਅਸੀਂ ਤੁਹਾਡੇ ਭਲਾਈ ਲਈ ਦਿੱਤਾ। ਉਹ ਕਹਿੰਦੇ ਨਹੀਂ ਚਾਹੀਦਾ। ਗੱਲ ਤਾਂ ਇੰਨੀ ਆ ਨਾ ਜੀ ਜੀ, ਜਿਹੜੀ ਉਹਨਾਂ ਨੂੰ ਲੋੜ ਨਹੀਂ ਹੈ ਚੀਜ਼ ਦੀ, ਉਹ ਕਹਿੰਦੇ ਨਹੀਂ ਸਾਡੇ ਕੰਮ ਦਾ ਨਹੀਂ, ਤੁਸੀਂ ਸਾਨੂੰ ਨਾ ਦਿਓ ਕਾਨੂੰਨ, ਹੈ ਨਾ। ਉਹ ਕਹਿੰਦੇ ਨਹੀਂ ਅਸੀਂ ਤੁਹਾਡੀ ਬਿਹਤਰੀ ਲਈ ਦਿੱਤਾ ਆ। ਤਾਂ ਫਿਰ ਬੈਠ ਕੇ ਉਹਨਾਂ ਨੂੰ ਸਫਾਈ ਦੱਸੋ ਨਾ ਵੀ ਕਿੱਥੇ ਬਿਹਤਰ ਆ। ਉਹਨਾਂ ਨੂੰ ਕਿਉਂ ਲੱਗਦਾ ਕਿ ਸਾਡਾ ਫਿਊਚਰ ਖਰਾਬ ਹੋ ਜਾਣਾ ਜਾਂ ਸਾਡੀ ਆਉਣ ਵਾਲੀਆਂ ਜਨਰੇਸ਼ਨਾਂ ਖਰਾਬ ਹੋ ਜਾਣੀਆਂ। ਹੁਣ ਇਹ ਆ ਕਿ ਤੁਸੀਂ ਦੇਖਿਆ ਹੋਣਾ ਕਿ ਮੈਂ ਵੀ ਦੇਖਦਾ ਰਹਿਣਾ, ਸੁਣਦਾ ਰਹਿਣਾ ਆ, ਚਾਹੇ ਉਹ ਸ਼ੰਭੂ ਹੋਵੇ ਚਾਹੇ ਕਿਤੇ ਹੋਰ ਹੋਵੇ, ਉੱਥੇ ਲੋਕ ਇਹ ਜੋ ਵਿਚਾਰ ਸਾਹਮਣੇ ਆਉਂਦਾ ਉਹ ਕਹਿੰਦੇ ਜੀ ਹੁਣ ਤਾਂ ਸਾਡੀ ਹੋਂਦ ਦੀ ਲੜਾਈ ਆ। ਇਹ ਕਿਉਂ ਐਡੀ ਦੂਰ ਚਲੀ ਗਈ ਗੱਲ, ਹੈ ਨਾ। ਜੀ ਜੀ, ਤੇ ਚਾਨਾ ਜੀ ਇਹਦੇ ਨਾਲ ਹੀ ਜਿਹੜੀ ਜੁੜੀ ਹੋਈ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਦੀ ਗੱਲ ਸ਼ੁਰੂ ਹੋਈ ਹੈ, ਕਿਉਂਕਿ ਅੰਦੋਲਨ ਤਾਂ ਹੁਣ ਇਕੱਲਾ ਪੰਜਾਬ ਤੱਕ ਸੀਮਤ ਨਹੀਂ ਰਿਹਾ, ਅੰਦੋਲਨ ਤਾਂ ਹੁਣ ਇਹ ਦੇਸ਼ ਵਿਆਪੀ ਹੋ ਗਿਆ ਤੇ ਇਸ ਦੀ ਅਗਵਾਈ ਬਕਾਇਦਾ ਜਿਹੜੀ ਇੱਕ ਹੈਗੀ ਹੈ ਕੁੱਲ ਹਿੰਦ ਜਿਹੜੀ ਸੰਘਰਸ਼ ਤਾਲਮੇਲ ਕਮੇਟੀ ਹੈਗੀ ਹੈ ਕਿਸਾਨਾਂ ਦੀ, ਉਹਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਇਹ ਗੱਲ ਇਕੱਲੇ ਪੰਜਾਬ ਨਾਲ ਕੀਤਿਆਂ ਤਾਂ ਨਿਬੜਨੀ ਨਹੀਂ। ਨਹੀਂ ਉਹ ਠੀਕ ਹੈ ਗੱਲ, ਕਿਉਂਕਿ ਜਿਹੜਾ ਲਾਅ ਹੈਗਾ ਆ ਆਖਿਰਕਾਰ ਗੱਲ ਤਾਂ ਜਿਹੜੇ ਬਿੱਲ ਪਾਸ ਹੋਏ ਉਹਨਾਂ ਤੇ ਹੀ ਹੋਏਗੀ ਨਾ। ਉਹ ਸਭ ਤੋਂ ਪਹਿਲਾਂ ਇਹਦੀ ਜਿਹੜੀ ਤਕਲੀਫ ਮਹਿਸੂਸ ਕੀਤੀ ਆ ਉਹ ਪੰਜਾਬ ਤੇ ਹਰਿਆਣਾ ਨੇ ਕੀਤੀ ਆ। ਪੰਜਾਬ ਦੇ ਕਿਸਾਨ ਉੱਠੇ ਆ,
ਔਰ ਦੂਸਰੇ ਬਾਕੀ ਦੇਸ਼ ਦੇ ਜਿਹੜੇ ਕਿਸਾਨ ਹੈ, ਇਹ ਥੋੜ੍ਹਾ ਹੈਗਾ ਕਿ ਵੀ ਉਹਨਾਂ ਤੇ ਕੋਈ ਇਹਦਾ ਪ੍ਰਭਾਵ ਨਹੀਂ ਪੈਣਾ। ਦੂਸਰਾ ਹੈ ਕਿ ਮੰਡੀਕਰਨ ਦਾ ਜਿਹੜਾ ਸਿਸਟਮ ਜਿੱਥੇ ਜਿੱਥੇ ਸੀ, ਉੱਥੇ ਉੱਥੇ ਇਸ ਦਾ ਜਿਹੜਾ ਨਾ ਅਸਰ ਪਏਗਾ। ਜੀ ਔਰ ਜੀ ਅਸਰ ਪਏਗਾ, ਉਹ ਪਏਗਾ ਜੋ ਪੰਜਾਬ ਦੇ ਕਿਸਾਨਾਂ ਨੇ ਮਹਿਸੂਸ ਕੀਤਾ। ਹੁਣ ਜਦੋਂ ਪੰਜਾਬ ਦੇ ਕਿਸਾਨ ਜਿਹੜੇ ਨਾ ਜਾਗਰਤ ਹੋ ਕੇ ਸੜਕਾਂ ਤੇ ਆ ਗਏ ਆ, ਰੇਲਾਂ ਤੇ ਆ ਗਏ ਆ, ਤਾਂ ਫਿਰ ਉਹ ਪੰਜਾਬ ਦੇ ਕਿਸਾਨਾਂ ਦੀ ਜਾਗਰਤੀ ਨੂੰ ਦੇਖ ਕੇ ਸਾਰੇ ਦੇਸ਼ ਦੇ ਕਿਸਾਨ ਆ ਜਿਹੜੇ, ਉਹ ਨਾਲ ਲਾਮਬੰਦ ਹੋਣੇ ਸ਼ੁਰੂ ਹੋ ਗਏ ਆ। ਜੀ ਜੀ ਹੁਣ 250 ਦੇ ਕਰੀਬ ਜੋ ਆਰਗੇਨਾਈਜੇਸ਼ਨਾਂ ਕਿਸਾਨਾਂ ਦੀਆਂ ਇਕੱਠੀਆਂ ਹੋਈਆਂ ਆ, ਔਰ ਉਹ ਜਿਹੜਾ ਇਕੱਠ ਹੋਇਆ, ਉਹ ਉੱਥੋਂ ਵੀ ਜੋ ਹੋਇਆ ਉਹ ਇੱਕ ਮੂੰਹ ਹੋ ਕੇ ਸਾਰੇ ਉਹ ਨਿਕਲੇ ਆ ਕਿ ਜੀ ਐਕਸ਼ਨ ਜਿਹੜੇ ਨਾ ਇੱਕ ਹੋ ਚੁੱਕਾ ਆ, ਦੂਸਰਾ ਜਿਹੜਾ ਉਹ ਹੋਣ ਵਾਲਾ ਕਿ ਦਿੱਲੀ ਚੱਲਾਂਗੇ। ਜੀ ਔਰ ਉਹ ਜੀ ਪੰਜਾਬ ਦੇ ਸਾਰੇ ਕਿਸਾਨਾਂ ਦੇ ਵਿੱਚ ਕਿਸਾਨਾਂ ਜਾਣੀ ਜਦੋਂ ਅਸੀਂ ਆਪਣੀ ਪਿਛਲੀ ਹਿਸਟਰੀ ਵੀ ਦੇਖਦੇ ਹਾਂ, ਪੋਲੀਟੀਕਲ ਹਿਸਟਰੀ ਵੀ ਦੇਖਦੇ ਹਾਂ, ਤਾਂ ਇਹ ਮੂਵਮੈਂਟਾਂ ਜਿਹੜੀਆਂ ਨਾ ਉਹਦੇ ਵਿੱਚ ਪੰਜਾਬ ਨੇ ਲੀਡ ਕੀਤਾ ਆ। ਪੰਜਾਬ ਜਾਗਰਤ ਹੁੰਦਾ ਰਿਹਾ ਆ, ਬਾਕੀ ਦੇ ਮੁਕਾਬਲੇ ਦੇ ਵਿੱਚ ਆਮ ਤੌਰ ਤੇ ਪਹਿਲਾਂ ਜਾਗਰਤ ਹੁੰਦਾ ਰਿਹਾ। ਇਸ ਤਰ੍ਹਾਂ ਬੰਗਾਲ ਦਾ ਰੋਲ ਰਿਹਾ ਸਾਡੀ ਗਵਰਨਮੈਂਟ ਦੇ ਵਿੱਚ, ਜਦੋਂ ਜ਼ਿਆਦਾ ਜਾਂ ਕੁਰਬਾਨੀਆਂ ਹੋਈਆਂ ਉਹ ਪੰਜਾਬ ਦੇ ਵਿੱਚੋਂ ਹੋਈਆਂ। ਔਰ ਮਹਿਸੂਸ ਕਰਨ ਦੀ ਗੱਲ ਹੈ ਕਿ ਸਾਡਾ ਦੇਸ਼ ਹੈ ਇਹ, ਔਰ ਅਸੀਂ ਇਸ ਦੇਸ਼ ਦੀ ਆਜ਼ਾਦੀ ਦੇ ਲਈ ਹੁਣ ਇਸ ਕਰਕੇ ਬਾਰ-ਬਾਰ ਉਹ ਕਹਿੰਦੇ ਵੀ ਆ, ਸਾਰਾ ਪੰਜਾਬ ਕਹਿੰਦਾ ਕਿ ਜੀ ਕੁਰਬਾਨੀਆਂ ਕੀਤੀਆਂ, 90% ਵੀ ਕਹਿੰਦੇ ਆ, 85% ਵੀ ਕਹਿੰਦੇ ਆ ਕਿ ਜੀ ਜਿਹੜੀਆਂ ਸ਼ਹੀਦੀਆਂ ਹੋਈਆਂ ਜਾਂ ਕਾਲੇ ਪਾਣੀ ਦੀਆਂ ਜੇਲ੍ਹਾਂ ਕੱਟੀਆਂ ਉਹ ਤਾਂ ਪੰਜਾਬੀ ਸੀਗੇ। ਔਰ ਇਸ ਤਰ੍ਹਾਂ ਕਰਕੇ ਆ ਕਿ ਇਹ ਕਿ ਜਾਗਰਤੀ ਦੀ ਸ਼ੁਰੂਆਤ ਜੇ ਪੰਜਾਬ ਤੋਂ ਹੋਈ ਆ, ਤੇ ਉਹਨੇ ਪ੍ਰਭਾਵ ਹੁਣ ਬਾਕੀ ਕਿਸਾਨਾਂ ਦੇ ਉੱਤੇ ਵੀ ਪਾ ਦਿੱਤਾ ਆ, ਉਹ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਵੈਸੇ ਵੀ ਚਾਹਨਾ ਜੀ ਜਿਹੜਾ ਹਿੰਦੁਸਤਾਨ ਲੈਵਲ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਮਾਡਲ ਨੂੰ ਹੀ ਇਨਸਪੀਰੇਸ਼ਨ ਮੰਨਿਆ। ਇਸ ਸਟਰਗਲ ਦੇ ਐਂਗਲ ਤੋਂ ਕਹਿ ਰਹੇ ਤੁਸੀਂ? ਹਾਂਜੀ ਹਾਂਜੀ ਹਾਂਜੀ, ਕਿ ਕੌਮੀ ਅੰਦੋਲਨ ਨੇ ਜਿਹੜਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਨੇ ਜਿਹੜੇ ਐਕਸ਼ਨ ਕੀਤੇ ਆ, ਉਹ ਉਹਨਾਂ ਲਈ ਜ਼ਿਆਦਾ ਪ੍ਰੇਰਨਾ ਸਰੋਤ ਬਣੇ, ਤੇ ਉਹੀ ਢੰਗ ਤਰੀਕੇ ਉਹਨਾਂ ਨੇ ਹੁਣ ਅਸੀਂ ਦੇਖਦੇ ਹਾਂ ਕਿ ਜਿਵੇਂ ਚੱਕਾ ਜਾਮ ਉਹਨਾਂ ਨੇ ਕੀਤਾ ਸਾਰੇ ਹਿੰਦੁਸਤਾਨ ਦੇ ਵਿੱਚ 4 ਘੰਟੇ ਦੇ ਲਈ, ਉਹ ਵੀ ਪੰਜਾਬ ਤੋਂ ਹੀ ਉਹਨਾਂ ਨੇ ਇੰਸਪਾਇਰ ਹੋ ਕੇ ਕੀਤਾ ਇਸ ਤਰ੍ਹਾਂ ਦਾ। ਨਹੀਂ, ਇਹ ਤੁਸੀਂ ਬਹੁਤ ਪੁਆਇੰਟ ਜਿਹੜਾ ਸਾਹਮਣੇ ਲਿਆਂਦਾ, ਮੈਂ ਇਹ ਕਹਿਣ ਹੀ ਵਾਲਾ ਸੀਗਾ ਕਿ ਮੂਵਮੈਂਟ ਤੋਂ ਇਨਸਪੀਰੇਸ਼ਨ ਉਹ ਕਿਉਂ ਲੈ ਰਹੇ ਆ। ਜੀ ਜੀ, ਜਿਸ ਤਰ੍ਹਾਂ ਦੀ ਪੰਜਾਬ ਦੇ ਲੋਕਾਂ ਦੀ ਸਟਰਗਲ ਦਾ ਪਿਛੋਕੜ ਦੇਖਦੇ ਹੋਏ ਜਿੱਦਾਂ ਦਾ ਪੇਂਟ ਕੀਤਾ ਜਾਂਦਾ ਸੀਗਾ, ਉਦਾਂ ਦਾ ਇਹ ਨਹੀਂ ਨਿਕਲਿਆ, ਕਿਉਂਕਿ 2 ਮਹੀਨੇ ਹੋ ਚੱਲੇ ਆ। 2 ਮਹੀਨਿਆਂ ਦੇ ਵਿੱਚੋਂ ਇੱਕ ਦਿਨ ਵੀ ਕਿਸਾਨ ਸੜਕਾਂ ਤੋਂ ਉੱਠ ਕੇ ਘਰ ਨੂੰ ਨਹੀਂ ਗਿਆ, ਤੇ ਇੱਕ ਦਿਨ ਵੀ ਕੋਈ ਏਦਾਂ ਦੀ ਘਟਨਾ ਨਹੀਂ ਵਾਪਰੀ ਜਿਹਨੂੰ ਨਿੰਦਿਆ ਜਾ ਸਕੇ, ਜਾਂ ਵਾਇਲੈਂਸ ਦੀ ਗੱਲ ਹੋਵੇ, ਜਾਂ ਕਿਸੇ ਨੇ ਜੇ ਕਿਤੇ ਉਹ ਹੋਇਆ ਵੀ ਕਿਸਾਨਾਂ ਨੇ ਉਹਦੀ ਨਿੰਦਾ ਕੀਤੀ, ਜਿਹੜਾ ਉਹ ਮਕੇਰੀਆਂ ਦੇ ਵਿੱਚ ਟਾਂਡੇ ਦੇ ਨੇੜੇ ਤੇੜੇ ਉਹ ਕੀਤਾ ਗਿਆ ਸੀਗਾ, ਉਹਦੀ ਨਿੰਦਾ ਕੀਤੀ ਆ। ਜਾਂ ਜੇ ਕਿਸੇ ਨੇ ਗਲਤੀ ਦੇ ਨਾਲ ਵੀ ਕੋਈ ਐਸਾ ਸਲੋਗਨ ਲਾ ਦਿੱਤਾ ਆ, ਉਹਨਾਂ ਨੇ ਉਹਨੂੰ ਸਨੱਬ ਕੀਤਾ, ਉਹਨੂੰ ਠੱਪਿਆ ਆ, ਜਾਂ ਉਹਨੂੰ ਕਿਹਾ ਕਿ ਇਹਦੇ ਖਿਲਾਫ ਕੇਸ ਕਰ, ਹਨਾ। ਉਹ ਮੂਵਮੈਂਟ ਜਿਹੜੀ ਆ ਜਿੰਨੀ ਸ਼ਾਂਤਮਈ ਚੱਲ ਰਹੀ ਆ, ਜਿਸ ਤਰ੍ਹਾਂ ਡਿਸਿਪਲਿਨਡ ਜਿਸ ਤਰ੍ਹਾਂ ਏਕਤਾ ਦੇ ਨਾਲ ਚੱਲ ਰਹੀ ਆ, ਮਾਡਲ ਤਾਂ ਆਪਣੇ ਆਪ ਬਣਨਾ ਹੀ ਸੀ ਬਾਕੀਆਂ ਦੇ ਵਾਸਤੇ। ਇੱਕ ਸਟਰਗਲ ਦਾ ਰੂਪ ਸਾਹਮਣੇ ਲੈ ਆਂਦਾ ਕਿ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਨੂੰ ਰੱਖੋ, ਔਰ ਸ਼ਾਂਤਮਈ ਢੰਗ ਦੇ ਨਾਲ ਹੀ ਉਹਨੂੰ ਨਜਿੱਠੋ। ਜਦੋਂ ਉਹਨੂੰ ਲੱਗਿਆ ਕਿ ਵੀ ਇਹਦੇ ਨਾਲ ਨੁਕਸਾਨ ਹੋ ਰਿਹਾ, ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਹੋ ਰਿਹਾ, ਉਹਨਾਂ ਨੇ ਫਟ ਫੈਸਲਾ ਕੀਤਾ ਕਿ ਜੀ ਰੇਲਾਂ ਦਾ ਟਰੈਕ ਖਾਲੀ ਕਰ ਦਿਓ ਮਾਲ ਗੱਡੀਆਂ ਦੇ ਵਾਸਤੇ, ਹਨਾ। ਉਹ ਫਲੈਕਸੀਬਲ ਵੀ ਹੈ, ਫਲੈਕਸੀਬਿਲਿਟੀ ਵੀ ਹੈ, ਕੰਪਰੋਮਾਈਜ਼ਿੰਗ ਵੀ ਹੈਗੇ ਆ, ਸੱਦਦੇ ਆ ਤਾਂ ਜਾਂਦੇ ਵੀ ਆ। ਉਹ ਕਹਿੰਦੇ ਸਾਨੂੰ ਜੇ ਸ਼ਰਮਿੰਦਾ ਕਰਨਾ ਹੋਵੇ ਕਿਉਂ ਆਈਏ। ਇਹ ਚਾਹਨਾ ਜੀ ਆਪਾਂ ਜਿਹੜਾ ਦੂਸਰਾ ਮੁੱਦਾ ਹੈਗਾ, ਆਪਣੇ ਕੋਲ ਸਮਾਂ ਵੀ ਥੋੜਾ ਹੈਗਾ, ਔਰ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਸਾਰੇ ਅੰਦੋਲਨ ਨਾਲ ਸਥਿਤੀ ਬਣੀ ਹੈ, ਤਾਂ ਉਹਦੇ ਵਿੱਚ ਦੂਸਰੇ ਪਾਸੇ ਸਿੱਖ ਰਾਜਨੀਤੀ ਵੀ ਬੜੀ ਗਰਮਾਈ ਹੋਈ ਹੈ, ਔਰ ਉਹਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਜਿਹੜੀਆਂ ਵੱਖ-ਵੱਖ ਸਿੱਖ ਜਿਹੜੇ ਸੰਗਠਨ ਹੈਗੇ ਆ, ਉਹ ਆਪੋ ਆਪਣੀ ਤਿਆਰੀ 'ਚ ਲੱਗੇ ਆ। ਉੱਥੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਅਕਾਲ ਤਖਤ ਦੇ, ਉਹਨਾਂ ਨੇ ਜਿਹੜੀ ਪੰਜਾਬ ਵਿੱਚ ਪੰਥਕ ਲਹਿਰ ਸ਼ੁਰੂ ਕੀਤੀ ਆ, ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਉਹਨਾਂ ਦਾ ਨਿਸ਼ਾਨਾ ਹੈ। ਉਹਨਾਂ ਨੇ ਪਿਛਲੇ ਦਿਨਾਂ 'ਚ ਇਸ ਗੱਲ ਲਈ ਸੱਦਾ ਦਿੱਤਾ ਕਿ ਜੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਬਾਦਲ ਪਰਿਵਾਰ ਦਾ ਕਬਜ਼ਾ ਖਤਮ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਸਿੱਖ ਸੰਗਤ ਉਹਨਾਂ ਦਾ ਬਾਈਕਾਟ ਕਰੇ। ਤੇ ਹੁਣ ਅਸੀਂ ਦੇਖਦੇ ਹਾਂ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਵੀ ਇਹ ਸੱਦਾ ਦਿੱਤਾ ਹੈ। ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਨਾਲ ਕੀ ਮਾਹੌਲ ਬਣੇਗਾ ਪੰਜਾਬ 'ਚ ਸਿੱਖ ਰਾਜਨੀਤੀ ਦੇ ਅੰਦਰ ਵੀ, ਔਰ ਜਿਸ ਤਰ੍ਹਾਂ ਸਾਰਾ ਪੰਜਾਬ ਅੰਦੋਲਨ ਦੇ ਰਾਹ ਦੇ ਉੱਤੇ ਆ ਪਹਿਲਾਂ ਹੀ?
ਜੰਡੂ ਸਾਹਿਬ ਇੱਕ ਗੱਲ ਅਸੀਂ ਸਪਸ਼ਟ ਕਰ ਲਈਏ ਕਿ ਜਦੋਂ ਲੋਕਾਂ ਦੇ ਵਿੱਚ ਬੇਚੈਨੀ ਖੜੀ ਹੁੰਦੀ ਆ, ਉਹਦਾ ਅਸਰ ਸੁਸਾਇਟੀ ਤੇ ਪਿਆ ਹੋਇਆ ਹੁੰਦਾ ਸਾਰੀ ਤੇ। ਜੀ ਜੀ ਜਦੋਂ ਬੇਚੈਨੀ ਆਰਗੇਨਾਈਜ਼ ਹੋ ਕੇ ਬਾਹਰ ਨਿਕਲਦੀ ਆ ਤਾਂ ਫਿਰ ਉਹਦਾ ਵੀ ਅਸਰ ਸਾਰੀ ਸੁਸਾਇਟੀ ਤੇ ਪੈਂਦਾ, ਤੇ ਸੁਸਾਇਟੀ ਦੇ ਜਿੰਨੇ ਵੀ ਥੰਮ ਹੁੰਦੇ ਆ, ਸੰਸਥਾਵਾਂ ਹੁੰਦੀਆਂ, ਪੋਲੀਟੀਕਲ ਪਾਰਟੀਆਂ ਹੁੰਦੀਆਂ ਜਾਂ ਧਾਰਮਿਕ ਸੰਸਥਾਵਾਂ ਹੁੰਦੀਆਂ, ਉਹਨਾਂ ਸਾਰੀਆਂ ਤੇ ਹੀ ਪੈਂਦਾ ਆ। ਜੀ ਔਰ ਇੱਕ ਜਨਰਲ ਪੰਜਾਬ ਦੇ ਮਾਹੌਲ ਦਾ ਇੱਕ ਨਤੀਜਾ ਇਹ ਵੀ ਇੱਕ ਉਹਨਾਂ ਚੋਂ ਇੱਕ ਨਤੀਜਾ ਹੈ ਜਿਹਦੀ ਤੁਸੀਂ ਗੱਲ ਕੀਤੀ ਆ ਕਿ ਸਿੱਖ ਰਾਜਨੀਤੀ ਵੀ ਗਰਮਾ ਗਈ ਆ। ਉਹ ਪ੍ਰੋਜੈਕਸ਼ਨ ਹੀ ਹੋ ਰਹੀ ਆ ਲੋਕਾਂ ਦੀ ਇਸ ਸਟਰਗਲ ਦੀ, ਜਿਹੜੀ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਜਾਂ ਆਪਣੀ ਤਕਲੀਫਾਂ ਨੂੰ ਲੈ ਕੇ ਜਿਹੜੇ ਸਟਰਗਲ ਦੇ ਵਿੱਚ ਪਏ ਹੋਏ ਆ। ਔਰ ਉਹ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਚਾਹੇ ਉਹ ਗੁਰਦੁਆਰਾ ਲਹਿਰ ਸੀ, ਚਾਹੇ ਉਸ ਤੋਂ ਪਹਿਲਾਂ ਦੀ ਗਦਰ ਮੂਵਮੈਂਟ ਦੇਖੋ ਕਿ ਸਿੱਖ ਗੁਰਦੁਆਰਾ ਸਾਹਿਬ ਸੀਗੇ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ, ਉਹ ਹੀ ਕ੍ਰਾਂਤੀਕਾਰੀ ਸਰਗਰਮੀਆਂ ਦੇ ਕੇਂਦਰ ਹੁੰਦੇ ਸੀਗੇ। ਜੀ ਜੀ ਔਰ ਉੱਥੋਂ ਹੀ ਗਦਰ ਪਾਰਟੀ ਦੀ ਜਾਂ ਲਹਿਰ ਜਿਹੜੀ ਹੈ, ਕ੍ਰਾਂਤੀਕਾਰੀ ਲਹਿਰ ਜਿਹੜੀ ਨਾ ਨਿਕਲਦੀ ਸੀ, ਕਿਉਂਕਿ ਔਰ ਉੱਥੋਂ ਜੋ ਉੱਠਦਾ ਸੀਗਾ ਔਰ ਉਹਨੂੰ ਸਾਰੇ ਜਿਹੜੇ ਨਾ ਉਹ ਲੈ ਕੇ ਚੱਲਦੇ ਸੀ, ਸਵੀਕਾਰ ਕਰਦੇ ਸੀ। ਹੁਣ ਇਹ ਆ ਕਿ ਹੋ ਸਕਦਾ ਆ ਕਿ ਸਿੱਖ ਸੰਸਥਾਵਾਂ ਤੋਂ ਵੱਡੀਆਂ ਉਮੀਦਾਂ ਹੋਣ ਲੋਕਾਂ ਨੂੰ, ਜਿਹੜੀਆਂ ਕਿ ਉਹਨਾਂ ਨੂੰ ਲੱਗਦਾ ਕਿ ਪੂਰੀਆਂ ਨਹੀਂ ਹੋ ਰਹੀਆਂ। ਪੂਰੀਆਂ ਕਿਉਂ ਨਹੀਂ ਹੋ ਰਹੀਆਂ? ਉਹ ਇਸ ਦੀ ਛਾਣਬੀਨ ਦੇ ਵਿੱਚ ਪਏ ਆ ਤਾਂ ਉਹਨਾਂ ਨੇ ਕੁਝ ਨਤੀਜੇ ਕੱਢੇ ਆ ਕਿ ਨਹੀਂ ਜੀ, ਜਿੰਨਾ ਚਿਰ ਇਹਦੇ ਵਿੱਚ ਇੱਕ ਕੋਈ ਫੰਡਾਮੈਂਟਲ ਤਬਦੀਲੀ ਨਹੀਂ ਅਸੀਂ ਕਰਦੇ ਔਰ ਇਸ ਤੋਂ ਅਸੀਂ ਉਸ ਤਰ੍ਹਾਂ ਦੀ ਭੂਮਿਕਾ ਦੀ ਆਸ ਨਹੀਂ ਰੱਖ ਸਕਦੇ। ਜੀ ਜਿਸ ਤਰ੍ਹਾਂ ਤੁਸੀਂ ਹੁਣ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਣਾ ਦੀ ਵੀ ਗੱਲ ਕੀਤੀ ਹੈ। ਜੀ ਜੀ ਔਰ ਇਸ ਤਰ੍ਹਾਂ ਹੋਰ ਸੰਸਥਾਵਾਂ ਵੀ ਜਿਹੜੀਆਂ, ਕਿਉਂਕਿ ਜਾਂ ਤਾਂ ਉਹ ਇਹ ਹੈਗਾ ਉਹਨਾਂ ਦਾ, ਪਹਿਲੀ ਤਾਂ ਗੱਲ ਆ ਕਿ ਇਹ ਸਿੱਖ ਸੰਸਥਾ ਹੈਗੀ ਆ, ਸਿੱਖ ਸੰਗਤ ਦਾ ਇਹ ਫਰਜ਼ ਹੈਗਾ ਆ, ਉਹਨਾਂ ਦਾ ਇਹ ਹੱਕ ਹੈਗਾ ਆ ਕਿ ਉਹ ਆਪਣੇ ਆਪ ਨੂੰ ਜਾਂ ਆਪਣੀਆਂ ਸੰਸਥਾਵਾਂ ਨੂੰ ਕਿਸ ਤਰ੍ਹਾਂ ਚਲਾਉਣਾ ਚਾਹੁੰਦੇ ਹਨ। ਜੀ ਜੀ ਇਸ ਕਰਕੇ ਬਾਹਰੋਂ ਕੋਈ ਹੋਰ ਉਹਦੇ ਤੇ ਟਿੱਪਣੀ ਜਾਂ ਉਹਦੇ ਵਿੱਚ ਕੋਈ ਦਖਲ, ਲੇਕਿਨ ਦਖਲ ਨਹੀਂ ਟਿੱਪਣੀ ਇਸ ਕਰਕੇ ਕੀਤੀ ਜਾ ਸਕਦੀ ਹੈ ਕਿਉਂਕਿ ਉਹਦੇ 'ਚ ਜੋ ਕੁਝ ਵੀ ਹੋਏਗਾ ਉਹਦਾ ਪੰਜਾਬ ਦੀ ਸਿਆਸਤ ਦੇ ਉੱਤੇ ਬੜਾ ਭਾਰੀ ਪ੍ਰਭਾਵ ਪੈਣਾ ਹੈ। ਜੇ ਕੋਈ ਤਬਦੀਲੀ ਆਉਂਦੀ ਆ ਤਾਂ ਉਹ ਪੰਜਾਬ ਦੇ ਹਾਲਾਤ ਨਾਲ ਵੀ ਉਹਦੇ ਤੇ ਪ੍ਰਭਾਵ। ਲੇਕਿਨ ਮੈਂ ਇਹ ਸਮਝਦਾ ਹਾਂ ਇਹ ਸਭ ਵਾਪਰ ਰਿਹਾ ਆ ਤਾਂ ਇਹ ਜ਼ਰੂਰ ਇੱਕ ਹਿੱਸੇ ਨੇ ਜਾਂ ਵੱਡੇ ਨੇ ਜਾਂ ਕਾਫੀ ਵੱਡੇ ਹਿੱਸੇ ਨੇ ਜਾਂ ਛੋਟੇ ਹਿੱਸੇ ਨੇ ਜੋ ਮਹਿਸੂਸ ਕੀਤਾ ਆ ਕਿ ਨਹੀਂ, ਜਿਸ ਤਰ੍ਹਾਂ ਦੀ ਉਹਨਾਂ ਨੂੰ ਉਮੀਦ ਲਾਈ ਹੋਈ ਆ ਉਹ ਪੂਰੀ ਨਹੀਂ ਹੋ ਰਹੀ, ਤਾਂ ਉਹ ਤਬਦੀਲੀ ਕਰਨਾ ਚਾਹੁੰਦੇ ਆ। ਇਹ ਉਹਨਾਂ ਦਾ ਆਪਣਾ ਹੈ ਨਾ। ਦੂਸਰਾ ਇਹ ਆ ਕਿ ਹਰ ਬੰਦਾ ਜਿਹੜਾ, ਭਾਵੇਂ ਉਹ ਸੰਪੂਰਨ ਸਿੱਖ ਨਾ ਵੀ ਹੋਵੇ, ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ, ਉਹਨਾਂ ਦੇ ਦਿਲਾਂ 'ਚ, ਉਹਨਾਂ ਦੇ ਖੂਨ ਦੇ ਵਿੱਚ ਗੁਰੂ ਸਾਹਿਬ ਦਾ ਫਲਸਫਾ ਰਚਿਆ ਹੋਇਆ। ਜੀ ਜੀ ਉਹਨੂੰ ਲਗਾਓ ਹੈ, ਉਹ ਸਾਂਝੀਵਾਲਤਾ ਤੇ ਖੜਾ ਆ, ਉਹ ਮਾਨਵਵਾਦ ਤੇ ਖੜਾ ਆ, ਹਨਾ। ਇਹ ਪੰਜਾਬੀਆਂ ਦੇ ਇੱਕ ਲਹੂ ਦੇ ਵਿੱਚ ਜਾ ਚੁੱਕੀ ਆ, ਇਸ ਫਲਸਫਾ ਆ ਚੁੱਕਾ ਹੈਗਾ, ਚਾਹੇ ਉਹ ਆਪਣੀਆਂ ਕਿਸੇ ਵੀ ਮਜਬੂਰੀਆਂ ਦੇ ਕਾਰਨ ਉਹ, ਲੇਕਿਨ ਉਹ ਫਲਸਫੇ ਤੇ ਜ਼ਰੂਰ ਖੜਾ ਹੋ ਗਿਆ ਆ, ਹਨਾ। ਜਿਸ ਤਰ੍ਹਾਂ ਸਾਡੇ ਪੋਇਟ, ਬੜੇ ਵੱਡੇ ਵੱਡੇ ਪੋਇਟਸ ਜਿੱਦਾਂ ਪੇਸ਼ ਕਰਦੇ ਆ ਕਿ ਜੀ ਇਹ ਗੁਰੂ ਸਾਹਿਬਾਨ ਦਾ ਜਿਹੜਾ ਫਲਸਫਾ ਹੈ। ਔਰ ਦੂਸਰੀ ਗੱਲ ਇਹ ਆ ਕਿ ਇਹ ਜੇ ਉਹ ਕਹਿੰਦੇ ਕੀ ਆ ਕਿ ਜੀ ਅਸੀਂ ਗੁਰਬਾਣੀ ਤੋਂ ਸਿੱਖਿਆ ਲੈਣੀ ਹੈ, ਹਨਾ। ਅਸੀਂ ਗੁਰਬਾਣੀ ਦੀਆਂ ਸਿੱਖਿਆਵਾਂ ਤੇ ਚੱਲਣਾ ਹੈਗਾ। ਔਰ ਸਾਰਿਆਂ ਨੂੰ ਸੱਦਾ ਵੀ ਇਹ ਦਿੰਦੇ ਕਿ ਜਦੋਂ ਤੁਹਾਨੂੰ ਕੋਈ ਤਕਲੀਫ ਜਾਂ ਮੁਸ਼ਕਿਲ ਆਉਂਦੀ ਆ, ਉਹਦੇ 'ਚ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ, ਗੁਰਬਾਣੀ ਨੂੰ ਪੜ੍ਹੋ, ਉਹਦੇ ਵਿੱਚੋਂ ਹੀ ਤੁਹਾਨੂੰ ਹੱਲ ਮਿਲ ਜਾਏਗਾ, ਹਨਾ। ਔਰ ਇਸ ਕਰਕੇ ਇਹ ਸੰਸਥਾਵਾਂ ਜਿਹੜੀਆਂ ਨਾ, ਇੱਕ ਤਾਂ ਦੋ ਪੱਖਾਂ ਤੋਂ ਬੜੀਆਂ ਪਾਵਰਫੁਲ ਸੰਸਥਾਵਾਂ ਵੀ ਹੈਗੀਆਂ ਔਰ ਇਹ ਬਹੁਤ ਇੱਕ ਇਤਿਹਾਸ ਨੇ ਇਹਨਾਂ ਨੂੰ ਹੋਂਦ ਦੇ ਵਿੱਚ ਲਿਆਂਦਾ ਆ, ਬੜਾ ਕੁਰਬਾਨੀਆਂ ਭਰਿਆ ਇਤਿਹਾਸ ਆ। ਹੁਣ ਉਹ ਹੋ ਸਕਦਾ ਕਿ ਇਸ ਤਰ੍ਹਾਂ ਦੀ ਮਹਿਸੂਸੀਅਤ ਹੈ ਜੋ ਉਸ ਨੂੰ ਮਹਿਸੂਸ ਕੀਤਾ ਜਾ ਰਿਹਾ ਆ ਕਿ ਜਿਸ ਤਰ੍ਹਾਂ ਦੀ ਐਕਸਪੈਕਟੇਸ਼ਨ ਇਸ ਤਰ੍ਹਾਂ ਦੇ ਸੰਕਟ ਦੇ ਦੌਰ ਦੇ ਵਿੱਚ ਉਹਦੇ ਤੋਂ ਕੀਤੀ ਜਾ ਰਹੀ ਆ, ਔਰ ਉਹ ਸ਼ਾਇਦ ਉਹਦੇ ਲਈ ਕੋਈ ਪਰਿਵਰਤਨ ਦੀ ਲੋੜ ਹੈ। ਇਹ ਉਹਨਾਂ ਦਾ ਆਪਣਾ ਇੱਕ ਮਾਮਲਾ ਹੈ ਕਿ ਕੀ ਉਹ ਪਰਿਵਰਤਨ ਕਿੱਦਾਂ ਦਾ ਚਾਹੁੰਦੇ ਨੇ ਤਾਂ ਕਿੱਦਾਂ ਦਾ ਲਿਆਉਣਾ ਚਾਹੁੰਦੇ। ਨਹੀਂ ਚਾਨਾ ਜੀ, ਇੱਕ ਗੱਲ ਤਾਂ ਹੈ ਨਾ ਕਿ ਬਾਕੀ ਦੇ ਸਾਰੇ ਜਿਹੜੇ ਸਿੱਖ ਸੰਗਠਨ ਆ ਉਹ ਇਹ ਮਹਿਸੂਸ ਕਰਦੇ ਆ ਕਿ ਅਕਾਲੀ ਰਾਜਨੀਤੀ ਜਾਂ ਸਿੱਖ ਰਾਜਨੀਤੀ 'ਚ ਤਾਂ ਹੀ ਕੋਈ ਤਬਦੀਲੀ ਸੰਭਵ ਹੈ ਜੇ ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਖਤਮ ਹੋਵੇ।
ਨਹੀਂ ਦੇਖੋ, ਇਹਦੇ ਚ ਕੋਈ ਹੋਰ ਫालतू ਟਿੱਪਣੀ ਜਾਂ ਵਾਧੂ ਕਰਨ ਦੀ ਜ਼ਰੂਰਤ ਵੀ ਨਹੀਂ ਹੈ। ਜੋ ਓਪਨਲੀ ਕਿਹਾ ਜਾ ਰਿਹਾ ਉਹ ਅਸੀਂ ਵੀ ਸੁਣਦੇ ਹਾਂ, ਹਨਾ। ਔਰ ਉਹ ਸਾਰਾ ਪੰਜਾਬ ਵੀ ਸੁਣਦਾ ਆ, ਮੇਰੇ ਖਿਆਲ ਬਾਹਰ ਵਿਦੇਸ਼ਾਂ ਦੇਸ਼ਾਂ ਦੇ ਵਿੱਚ ਵੀ ਸਾਰੇ ਸੁਣਦੇ ਆ, ਜੀ ਠੀਕ ਜੀ। ਨੇ। ਔਰ ਜੇ ਉਹਨਾਂ ਨੂੰ ਇਹ ਗੱਲ ਲੱਗਦੀ ਹੀ ਹੋਣੀ ਆ ਕਿ ਜਿੰਨਾ ਚਿਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਠੀਕ ਟਿਕਾਣੇ ਤੇ ਨਹੀਂ ਲੈ ਕੇ ਆਉਂਦੇ, ਸਿੱਖ ਸਿਆਸਤ ਆਪਣੀਆਂ ਉਹ ਪ੍ਰਾਪਤੀਆਂ ਨਹੀਂ ਕਰ ਸਕਦੀ ਜਿਸ ਦੀਆਂ ਸੰਭਾਵਨਾਵਾਂ ਹੈਗੀਆਂ ਆ। ਤਾਂ ਫਿਰ ਉਹ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਦਾਅ ਪੇਚ ਬਣਾਉਂਦੇ ਆ। ਲੇਕਿਨ ਗੱਲ ਉਹ ਸਪਸ਼ਟ ਕਹਿ ਰਹੇ ਆ, ਜਿਨ੍ਹਾਂ ਦੀ ਤੁਸੀਂ ਵੀ ਜ਼ਿਕਰ ਕੀਤਾ ਆ, ਤਾਂ ਕਿ ਜੀ ਨਹੀਂ, ਹੁਣ ਇੱਕ ਪਰਿਵਾਰ ਦਾ ਇਹਦੇ ਤੋਂ ਕਬਜ਼ਾ ਤੋੜਨ ਦੀ ਜ਼ਰੂਰਤ ਹੈ, ਬੜਾ ਓਪਨਲੀ ਕਿਹਾ ਜਾ ਰਿਹਾ ਹੈ ਨਾ। ਔਰ ਉਹਦੇ ਆਪਣੇ ਕੋਲ ਸਮਾਂ ਆਪਣੇ ਸ਼ੋਅ ਦਾ ਖਤਮ ਹੋ ਰਿਹਾ, ਥੋੜਾ ਸੰਖੇਪ ਚ ਤੁਸੀਂ ਆਪਣੀ ਗੱਲ ਨੂੰ ਕਹਿ ਦਿਓ। ਹੈਲੋ, ਹਾਂ ਚਾਨਾ ਜੀ, ਆਪਣੇ ਸ਼ੋਅ ਦਾ ਸਮਾਂ ਖਤਮ ਹੋ ਰਿਹਾ, ਤੁਸੀਂ ਸੰਖੇਪ ਚ ਆਪਣੀ ਗੱਲ ਨੂੰ ਕਹਿ ਦਿਓ ਜੋ ਕਹਿਣਾ ਚਾਹੁੰਦੇ ਹੁਣ। ਨਹੀਂ, ਮੇਰਾ ਮਤਲਬ ਹੈ ਕਿ ਵੀ ਜੋ ਵੀ ਵਾਪਰ ਰਿਹਾ ਨਾ, ਉਹਦੇ ਤੇ ਟਿੱਪਣੀ ਕਰਨ ਦੇ ਨਾਲ ਕੋਈ ਨਿਖਾਰ ਨਹੀਂ ਆਉਣ ਵਾਲਾ। ਨਿਖਾਰ ਆਇਆ ਹੋਇਆ ਪਹਿਲਾਂ ਹੀ ਆਲਰੇਡੀ। ਔਰ ਇਸ ਦੇ ਉੱਤੇ ਜਿਹੜਾ ਕਿ ਵੀ ਉਹਨੂੰ ਆਜ਼ਾਦ ਕਰਾਇਆ ਜਾਏ। ਸਾਡਾ ਇਹ ਦੇਖੋ, ਜਿਹੜੇ ਬੰਦੇ ਹੋਰ ਪੋਲੀਟਿਕਸ ਦੇ ਵਿੱਚ ਵਿਚਰ ਰਹੇ ਆ ਔਰ ਉਹ ਦੇਖ ਰਹੇ ਆ ਕਿ ਬਈ ਇਹ ਗੱਲ ਸਿੱਖ ਕਮਿਊਨਿਟੀ ਦੇ ਅੰਦਰੋਂ ਉੱਠੀ ਆ ਔਰ ਉਹ ਇੱਕ ਸੁਧਾਰ ਲਿਆਉਣਾ ਚਾਹੁੰਦੇ ਆ। ਔਰ ਉਹ ਸੁਧਾਰ ਕਿੱਦਾਂ ਦਾ ਲਿਆਉਣਾ ਚਾਹੁੰਦੇ, ਉਹਦੇ ਵਿੱਚ ਵੀ ਕੋਈ ਬੜਾ ਸਪਸ਼ਟ ਕਿਹਾ ਜਾ ਰਿਹਾ ਆ। ਇਸ ਕਰਕੇ ਇਹ ਗੱਲ ਇਸ ਗੱਲ 'ਚ ਕੋਈ ਮਤਲਬ ਦੋ ਰਾਵਾਂ ਨਹੀਂ ਹੈਗੀਆਂ ਕਿ ਜੇ ਤਬਦੀਲੀ ਉੱਥੇ ਆਏਗੀ, ਉਸ ਤਰ੍ਹਾਂ ਦੀ ਤਬਦੀਲੀ ਆਏਗੀ, ਉਹਦਾ ਪੰਜਾਬ ਦੀ ਸਿਆਸਤ ਦੇ ਉੱਪਰ ਵੀ ਬੜਾ ਭਾਰੀ ਅਸਰ ਪਏਗਾ। ਚਾਨਾ ਜੀ ਬਹੁਤ ਬਹੁਤ ਧੰਨਵਾਦ। ਇੱਥੇ ਹੀ ਅਸੀਂ ਅੱਜ ਦੇ ਜਿਹੜੇ ਵਿਚਾਰ ਪ੍ਰੋਗਰਾਮ ਹੈ ਉਸ ਨੂੰ ਸਮਾਪਤ ਕਰਾਂਗੇ। ਜਿਸ ਤਰ੍ਹਾਂ ਅਸੀਂ ਜਿਹੜਾ ਕਿਸਾਨਾਂ ਦੀ ਏਕਤਾ ਨੇ ਕਿਸ ਤਰ੍ਹਾਂ ਕੇਂਦਰ ਨੂੰ ਗੱਲਬਾਤ ਦੀ ਮੇਜ਼ ਤੇ ਆਉਣ ਲਈ ਮਜਬੂਰ ਕੀਤਾ ਔਰ ਪੰਜਾਬ ਦੀ ਜਿਹੜੀ ਸਿੱਖ ਰਾਜਨੀਤੀ ਗਰਮਾਈ ਉਸ ਵਿੱਚ ਕੀ ਕੁਝ ਵਾਪਰਿਆ ਉਸ ਤੇ ਚਰਚਾ ਕੀਤੀ ਹੈ। ਤੇ ਆਸ ਹੈ ਤੁਹਾਨੂੰ ਵੀ ਇਹ ਚਰਚਾ ਜਿਹੜੀ ਹੈ ਪਸੰਦ ਆਈ ਹੋਏਗੀ। ਬਹੁਤ ਬਹੁਤ ਧੰਨਵਾਦ।